ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 10 ਤੇ ਜਿੱਥੋਂ ਪੈਰਾ ਮੁੱਕਣ ਵਾਲਾ ਹੈ ਉੱਥੇ ਨੰਬਰ 2 ਲਿਖਿਆ ਹੋਇਆ ਹੈ। ਊਡੇ ਊੜ ਆਵੈ ਸੈ ਕੋਸਾ। ਕਿਆ ਰੱਖਣਾ? ਕੋਸਾ ਜਿਹੜਾ ਸ਼ਬਦ ਹੈ ਇਹ ਹੈ ਫਾਰਸੀ ਦਾ ਅਤੇ ਬਹੁਵਚਨ ਹੈ। ਇਹਦਾ ਜਿਵੇਂ ਆਪਾਂ ਕਹੀਏ ਕੋਸਾਂ ਭਾਵ ਉਹ ਹੈ, ਪਰ ਕੋਸਾ ਜਿਹੜਾ ਫਾਰਸੀ ਦਾ ਸ਼ਬਦ ਹੈ ਅਤੇ ਉੱਥੇ ਡਿਕਸ਼ਨਰੀ ਲਿਖਿਆ ਵੀ ਬਹੁਵਚਨ ਹੈ। ਊਡੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਭਾਵੇਂ 'ਚ ਨਾਮ ਨਹੀਂ ਲਿਆ ਵੀ ਕੌਣ ਉੱਡ ਕੇ ਆ ਰਹੇ ਨੇ। ਊਡੇ ਊੜ ਆਵੈ ਸੈ ਕੋਸਾ, ਵੀ ਸੈਂਕੜੇ ਕੋ। ਪੰਜਾਬੀ 'ਚ ਕਹਿੰਦੇ ਸੀ ਕੋ, ਹਿੰਦੀ 'ਚ ਕਹਿੰਦੇ ਸੀ ਕੋਸ, ਫਾਰਸੀ 'ਚ ਵੀ ਕਹਿੰਦੇ ਨੇ ਕੋਸ। ਊਡੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਇਸ ਨੂੰ ਪੜ੍ਹ ਕੇ ਇਹ ਨਹੀਂ ਪਤਾ ਲੱਗਦਾ ਵੀ ਕੌਣ ਸੈਂਕੜੇ ਕੋ ਉੱਡ ਕੇ ਆ ਰਹੇ, ਪਰ ਸਾਰੇ ਜਿਨ੍ਹਾਂ ਨੇ ਵੀ ਅਰਥ ਕੀਤੇ ਨੇ ਬਾਣੀ ਜੋ ਕਹਿੰਦੇ ਵੀ ਕੂੰਜਾਂ ਤੋਂ ਭਾਵ ਹੈ ਵੀ ਜਿਹੜੀ ਕੂੰਜ ਹੈ ਉਹ ਸੈਂਕੜੇ ਕਿਲੋਮੀਟਰਾਂ ਤੋਂ ਉੱਡ ਕੇ ਆਉਂਦੀ ਹੈ। ਕਿਉਂਕਿ ਸਾਈਬੇਰੀਆ ਦਾ ਇਲਾਕਾ ਹੈ, ਰਸ਼ੀਆ ਦਾ, ਚਾਈਨਾ ਦਾ ਉੱਤਰੀ ਇਲਾਕਾ, ਉਹ ਉੱਥੇ ਠੰਡ ਪੈਂਦੀ। ਉੱਥੇ ਹਿੰਦੁਸਤਾਨ ਦੇ ਵਿੱਚ ਓਨੀ ਠੰਡ ਨਹੀਂ ਪੈਂਦੀ, ਉਹਨਾਂ ਦੇ ਜਾਨਵਰਾਂ ਦੇ ਅਨੁਸਾਰ ਇੱਥੇ ਗਰਮੀ ਹੈ। ਇਸ ਲਈ ਉਹ ਪੰਛੀ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ, ਸਰਦੀਆਂ ਦੇ ਮੌਸਮ ਵਿੱਚ ਉਹ ਭਾਰਤ 'ਚ ਆ ਜਾਂਦੇ ਹਨ। ਅਤੇ ਉਹਨਾਂ ਨੂੰ ਵੇਖ ਕੇ ਗੁਰੂ ਮਹਾਰਾਜ ਨੇ ਲਿਖਿਆ ਵੀ ਇਹ ਜਿਹੜੀ ਕੂੰਜ ਹੈ ਊਡੇ ਊੜ ਆਵੈ ਸੈ ਕੋਸਾ, ਆਵੈ ਸਿੱਧ ਕਰਦਾ ਹੈ ਕਿ ਇੱਕ ਕੂੰਜ, ਨਹੀਂ ਤਾਂ ਹੁੰਦਾ ਆਵੇਂ। ਜੇ ਬਹੁਤੀਆਂ ਕੂੰਜਾਂ ਦਾ ਭਾਵ ਹੁੰਦਾ ਤਾਂ ਫਿਰ ਆੜੇ ਨੂੰ ਕੰਨਾ ਵਾਹ ਵਾਹ, ਹਾਹੇ ਨੂੰ ਸਿਹਾਰੀ ਹੁੰਦਾ। ਊਡੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਬਚਰੇ ਮਨੇ ਬੱਚੇ। ਕੂੰਜ ਜਿਹੜੀ ਹੈ ਸੈਂਕੜੇ ਕਿਲੋਮੀਟਰ ਉੱਡ ਕੇ ਆਉਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਆਉਂਦੀ ਹੈ। ਨਾਲ ਨਹੀਂ ਲਿਆ ਸਕਦੀ ਕਿਉਂਕਿ ਬੱਚੇ ਬਹੁਤ ਛੋਟੇ ਨੇ, ਉਹ ਨਾਲ ਆ ਨਹੀਂ ਸਕਦੇ। ਹੁਣ ਫਿਰ ਸਵਾਲ ਪੈਦਾ ਹੁੰਦਾ, ਤਿੰਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਕੌਣ ਖੁਆਉਂਦਾ ਅਤੇ ਕੌਣ ਚੋਗਾ ਪਾਉਂਦਾ, ਉਹਨੂੰ ਕੌਣ ਪਾਲਦਾ? ਗੁਰਬਾਣੀ ਕਹਿੰਦੀ ਮਨ ਮੈਂ ਸਿਮਰਨ ਕਰਿਆ। ਕੂੰਜ ਮਨ ਵਿੱਚ ਬੱਚਿਆਂ ਨੂੰ ਯਾਦ ਕਰਦੀ ਰਹਿੰਦੀ ਹੈ। ਉਹਦੀ ਯਾਦ ਸ਼ਕਤੀ ਨਾਲ ਹੀ ਉਹ ਮਗਰੋਂ ਜਿਉਂਦੇ ਰਹਿੰਦੇ ਹਨ। ਸੋ ਯਾਦ ਦੇ ਵਿੱਚ ਇੰਨੀ ਤਾਕਤ ਹੈ, ਤਾਂ ਹੀ ਆਪਾਂ ਨੂੰ ਇਹ ਸਿਮਰਨ ਕਰਨ ਨੂੰ ਕਹਿਣਾ। ਉਹਨਾਂ ਨੂੰ ਕੌਣ ਖੁਆਉਣ ਵਾਲਾ ਹੈ, ਕੌਣ ਚੁਗਾਉਣ ਵਾਲਾ ਹੈ? ਬਸ ਸਿਰ ਕੂੰਜ ਜਿਹੜੀ ਹੈ ਮਨ 'ਚ ਉਹਨਾਂ ਨੂੰ ਯਾਦ ਕਰ, ਸਿਮਰਨ ਹੁੰਦਾ ਯਾਦ ਕਰਨਾ। ਹਿੰਦੀ ਵਾਲੇ ਇਸ ਨੂੰ ਕਹਿੰਦੇ ਸਮਰਨ, ਹਿੰਦੀ ਵਾਲੇ ਇਸ ਨੂੰ ਕਹਿੰਦੇ ਨੇ ਸਮਰਨ, ਯਾਦ ਕਰਨਾ। ਪੰਜਾਬੀ ਵਾਲੇ ਕਹਿੰਦੇ ਸਿਮਰਨ। ਸਿਰਫ ਉਹ ਮਨ 'ਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ। ਸਭ ਨਿਧਾਨ 10 ਅਸ਼ਟ ਸਿਧਾਨ। ਅਸ਼ਟ ਹਿੰਦੀ ਦਾ ਸ਼ਬਦ ਹੈ ਜਿਹਦਾ ਮਤਲਬ 8। ਜਿਵੇਂ ਖਸ਼ਟ, ਇਹ ਵੀ ਹਿੰਦੀ ਦਾ ਸ਼ਬਦ ਹੈ ਜਿਹਦਾ ਮਤਲਬ 6। ਖਸ਼ਟ ਰਾਗ ਗੁਣ ਗਾਏ। ਜੇ ਨਾ ਪਤਾ ਹੋਵੇ ਵੀ ਹਿੰਦੀ 'ਚ ਖਸ਼ਟ ਦੇ ਕੀ ਸਪੈਲਿੰਗ ਨੇ, ਫਿਰ ਸਾਡੇ ਪਾਠੀ ਬੋਲਦੇ ਖਸ਼ਟ ਰਾਗ ਗੁਣ ਗਾਏ। ਉਹ ਪੂਰਾ ਸ਼ਿਸ਼ਾ ਬੋਲਦੇ ਨੇ। ਗਿਆਨ ਨਹੀਂ ਹੈਗਾ ਕਿ ਹਿੰਦੀ ਦਾ ਸ਼ਬਦ ਹੈ ਅਤੇ ਹਿੰਦੀ ਖੱਖਾ ਅੱਧਾ ਸ਼ਸ਼ਾ ਟੈਂਕਾ, ਅੱਧਾ ਸ਼ਸ਼ਾ, ਫਿਰ ਉਹਨੂੰ ਪੂਰਾ ਨਹੀਂ ਪੜ੍ਹ। ਜੇ ਪੂਰਾ ਹੁੰਦਾ ਫਿਰ ਤਾਂ ਪੜ੍ਹਦੇ ਖਸ਼ਟ, ਉਹ ਅੱਧਾ, ਇਸ ਲਈ ਉਹਨੂੰ ਪੜ੍ਹਨਾ ਖਸ਼ਟ। ਖਸ਼ਟ ਰਾਗ,
ਖਸ਼ਟ ਰਾਗ ਨਹੀਂ, ਖਸ਼ਟ ਰਾਗ। ਜਿਵੇਂ ਵਸਤੂ ਨਹੀਂ, ਵਸਤੂ। ਥਾਲ ਵੀ ਤਿੰਨ ਕਈ ਪੜ੍ਹ, ਥਾਲ ਵੀ ਤਿੰਨ ਵਸਤੂ ਪਈਓ, ਵਸਤੂ ਨਹੀਂ ਹੁੰਦਾ। ਇਹ ਹਿੰਦੀ ਦਾ ਸ਼ਬਦ ਹੈ, ਹਿੰਦੀ 'ਚ ਅੱਧਾ ਸੱਸਾ ਹੈ ਵਸਤੂ ਦਾ। ਵਸਤੂ ਅੱਧਾ ਸੱਸਾ ਹੋਣ ਕਰਕੇ ਉਹਨੂੰ ਫਿਰ ਤੇਜ਼ੀ ਨਾਲ ਬੋਲਣਾ। ਜਿਵੇਂ ਮੈਨੂੰ ਯਾਦ, ਮੈਂ B.Ed ਕਰਦਾ ਸੀ, ਪੰਜੌਰ ਗਾਰਡਨ ਵੇਖਣ ਲਈ ਸਾਡਾ ਸਾਈਕੋਲੋਜੀ ਦਾ ਪ੍ਰੋਫੈਸਰ ਸਾਨੂੰ ਲੈ ਗਏ। ਉੱਥੇ ਲਿਖਿਆ ਸੀ ਮਿਲਕ ਬਾਰ। ਮੈਂ ਉਹਨਾਂ ਦੇ ਨਾਲ ਤੁਰਿਆ, ਮੋਨੀਟਰ ਸੀ ਮੈਂ ਮਿਲਕ ਬਾਰ। ਉਹ ਕਹਿੰਦੇ ਮਿਲਕ ਬਾਰ ਨਹੀਂ ਹੁੰਦਾ। ਮੈਂ ਜੀ ਹੋਰ ਕੀ ਹੁੰਦਾ? ਕਹਿੰਦੇ ਮਿਲਕ। ਤੂੰ ਤਾਂ ਪੂਰਾ ਲੱਲਾ ਬੋਲਤਾ ਹੈ, ਮਿਲਕ ਬਾਰ। ਪੰਜਾਬੀ ਅੰਗਰੇਜ਼ੀ ਨਹੀਂ ਪੜ੍ਹਨੀ। ਮਿਲਕ ਬਾਰ। ਕਹਿੰਦੇ ਜੇ ਤੂੰ ਸਹੀ ਉਚਾਰਨ ਸਿੱਖ ਰਿਹਾ ਨਾ, ਫਿਰ ਜਿਹੜਾ ਹੈ ਇੰਗਲਿਸ਼ ਤੋਂ ਹਿੰਦੀ ਦੀ ਡਿਕਸ਼ਨਰੀ ਖਰੀਦ ਲੈ। ਜਦੋਂ ਹਿੰਦੀ ਦੀ ਡਿਕਸ਼ਨਰੀ ਮੈਂ ਖਰੀਦੀ, ਇੰਗਲਿਸ਼ ਟੂ ਹਿੰਦੀ, ਉਹ 'ਚ ਫਿਰ ਲਿਖਿਆ ਸੀ ਮੰਮੇ ਨੂੰ ਸਿਆਰੀ ਅੱਧਾ ਲੱਲਾ ਕੱਕਾ। ਮੈਂ ਹਾਂ ਮਿਲਕ, ਮਿਲਕ ਨਹੀਂ ਮਿਲਕ। ਇਸੇ ਤਰ੍ਹਾਂ ਖਸ਼ਟ ਨਹੀਂ ਖਸ਼ਟ, ਅਸ਼ਟ ਨਹੀਂ ਅਸ਼ਟ। ਸੋ ਜਿਸ ਭਾਸ਼ਾ ਦਾ ਸ਼ਬਦ ਹੋਵੇ ਉਹਦੇ ਅਨੁਸਾਰ ਸਾਨੂੰ ਉਹਦਾ ਉਚਾਰਨ ਕਰਨਾ ਚਾਹੀਦਾ, ਤਾਂ ਉਹ ਠੀਕ ਉਚਾਰਨ ਹੁੰਦਾ। ਇਹੀ ਕਾਰਨ ਹੈ ਕਿ ਹਰ ਇੱਕ ਚੀਜ਼ ਬਹੁਤ ਮਿਹਨਤ ਮੰਗਦੀ ਹੈ। ਕੋਈ ਵੀ ਚੀਜ਼ ਤੁਸੀਂ ਸਿੱਖਣੀ ਹੈ, ਉਹ ਬਹੁਤ ਮਿਹਨਤ ਮੰਗਦੀ ਹੈ। ਇਹ ਠੂੰ ਠੱਪ ਜੀ ਨਾਲ ਨਹੀਂ ਗੱਲ ਬਣਦੀ, ਮੈਂ ਦੇਖਿਆ, ਬਹੁਤ ਮਿਹਨਤ ਮੰਗਦੀ ਹੈ। ਸੋ ਤਾਂ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਨਿਧਾਨ ਹੁੰਦਾ ਖਜ਼ਾਨੇ, ਜਿਹਨੂੰ 9 ਨਿਧੀਆਂ 9 ਖਜ਼ਾਨੇ ਕਹਿੰਦੇ। ਸੁੱਖਾਂ ਦੇ 9 ਖਜ਼ਾਨੇ ਗਿਣੇ ਗਏ ਹਨ। ਸਭ ਨਿਧਾਨ, ਸਾਰੇ ਖਜ਼ਾਨੇ। 10 ਅਸ਼ਟ, 10 ਤੇ 8 18, 10 ਅਸ਼ਟ ਸਿਧਾਨ। ਸਿਧਾਨ ਹੁੰਦੀਆਂ ਸਿੱਧੀਆਂ, 18 ਸਿੱਧੀਆਂ। 9 ਨਿਧੀਆਂ 18 ਸਿੱਧੀਆਂ। ਠਾਕੁਰ ਕਰ ਤਲ ਧਰਿਆ। ਕਰ ਹੁੰਦਾ ਹੱਥ, ਤਲ ਮੈਨੇ ਤਲੀ, ਜਿਹਨੂੰ ਹਥੇਲੀ ਕਹਿੰਦੇ ਨੇ, ਧਰਿਆ। ਪਰਮਾਤਮਾ ਨੇ ਸਾਰੇ ਖਜ਼ਾਨੇ 18 ਸਿੱਧੀਆਂ ਆਪਣੇ ਹੱਥ ਦੀ ਤਲੀ ਉੱਤੇ ਧਰੇ ਹੋਏ ਹਨ। ਜਿਹਨੂੰ ਜੀ ਕਰਦਾ ਉਹਨੂੰ ਦੇ ਦਿੰਦਾ, ਵਿਆਹ ਲੈ। ਉਹਨੂੰ ਕੋਈ ਜੇਬ 'ਚੋਂ ਨਹੀਂ ਕੱਢ ਕੇ ਦੇਣੇ, ਹੱਥ 'ਚ ਹੀ ਨੇ। ਕੋਈ ਹੱਥ 'ਚ ਆਪਣੀ ਚੀਜ਼ ਉਹ ਦੇਣੀ, ਫਟਾਫਟ ਆਸਾਨ ਨਾਲ ਵਿਆਹ ਲਓ ਜੀ। ਸੋ ਸਾਰੇ ਖਜ਼ਾਨੇ 18 ਸਿੱਧੀਆਂ ਪਰਮਾਤਮਾ ਨੇ ਆਪਣੇ ਹੱਥ ਦੀ ਤਲੀ 'ਤੇ ਰੱਖੀਆਂ ਹੋਈਆਂ ਹਨ। ਭਾਵ ਪਰਮਾਤਮਾ ਕੋਲ ਇਹ ਸਾਰੀਆਂ ਚੀਜ਼ਾਂ ਹਨ। ਜਿਹਨੂੰ ਮਰਜ਼ੀ ਹੈ, ਜਦੋਂ ਮਰਜ਼ੀ ਉਹ ਦੇ ਸਕਦਾ ਹੈ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਹੇ ਪਰਮਾਤਮਾ, ਤੇਰਾ ਨਾ ਕੋਈ ਅੰਤ ਹੈ, ਨਾ ਤੇਰਾ ਕੋਈ ਪਾਰਾਵਾਰ ਹੈ। ਪਾਰਾ ਵਰਿਆ, ਪਾਰ ਉਰ ਵਰਿਆ, ਪਰਲਾ ਪਾਸਾ ਉਰਲਾ ਪਾਸਾ। ਇਹ ਨਹੀਂ ਪਤਾ ਪਰਮਾਤਮਾ ਇੱਥੋਂ ਸ਼ੁਰੂ ਹੁੰਦਾ ਹੈ। ਜੇ ਉਰਲੇ ਪਾਸੇ ਦਾ ਪਤਾ ਹੋਵੇ, ਫਿਰ ਆਪਣਾ ਪਤਾ ਇੱਥੋਂ ਸ਼ੁਰੂ ਹੁੰਦਾ, ਨਾ ਹੀ ਪਰਲੇ ਪਾਸੇ ਪਤਾ ਵੀ ਇੱਥੋਂ ਤੱਕ ਹੈ। ਇਸ ਲਈ ਉਹਨੂੰ ਕਹਿੰਦੇ ਬੇਅੰਤ। ਇਹਦਾ ਅੰਤ ਹੀ ਕੋਈ ਨਹੀਂ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਹੈ ਪਰਮਾਤਮਾ, ਤੇਰਾ ਕੋਈ ਅੰਤ ਨਹੀਂ, ਤੇਰਾ ਕੋਈ ਉਰਲਾ ਬੰਨਾ ਨਹੀਂ, ਤੇਰਾ ਕੋਈ ਪਰਲਾ ਬੰਨਾ ਨਹੀਂ। ਬਸ ਸਾਨੂੰ ਤਾਂ ਤੇਰੇ ਤੋਂ ਬਲਿਹਾਰ ਹੋਣਾ ਚਾਹੀਦਾ ਹੈ, ਤੇਰੇ ਤੋਂ ਬਲਿਹਾਰ ਜਾਣਾ ਚਾਹੀਦਾ। ਅੱਗੇ ਕਹਿੰਦੇ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ। ਰਾਗ ਦਾ ਨਾਮ ਹੈ ਆਸਾ, ਮਹਿਲਾ ਚੌਥਾ ਦਾ ਚੌਥੇ ਗੁਰੂ ਮਹਾਰਾਜ ਦੀ ਬਾਣੀ ਹੈ, ਅਤੇ ਬਾਣੀ ਦਾ ਨਾਂ ਹੈ ਸੋ ਪੁਰਖ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਤਤਸਾਰ ਹੈ। ਇੱਕ ਓਂਕਾਰ ਭਾਵ ਪਰਮਾਤਮਾ, ਜੋ ਨਿਰਗੁਣ, ਇੱਕ ਦਾ ਭਾਵ ਹੈ ਨਿਰਗੁਣ, ਓਅੰਕਾਰ ਦਾ ਭਾਵ ਹੈ ਸਰਗੁਣ। ਉਹ ਪਰਮਾਤਮਾ ਜੋ ਨਿਰਗੁਣ ਵੀ ਹੈ, ਜੋ ਸਰਗੁਣ ਵੀ ਹੈ, ਜੋ ਵਿਖਾਈ ਨਹੀਂ ਵੀ ਦਿੰਦਾ ਅਤੇ ਜੋ ਅੱਖਾਂ ਨਾਲ ਵਿਖਾਈ ਦਿੰਦਾ ਹੈ।
ਜਿਹਦਾ ਕੋਈ ਸਰੂਪ ਨਹੀਂ ਅਤੇ ਜਿਹਦੇ ਕਈ ਸਰੂਪ ਹਨ, ਉਹ ਇੱਕ ਓਂਕਾਰ ਹੈ। ਹੁਣ ਤਾਂ ਪਰਮਾਤਮਾ ਦਾ ਕੋਈ ਸਰੂਪ ਨਹੀਂ, ਨਿਰੰਕਾਰ ਹੈ ਨਾ। ਹੁਣ ਕਹਿੰਦੇ ਨਿਰੰਕਾਰ, ਨਿਰਆਕਾਰ, ਜਿਹਦਾ ਕੋਈ ਆਕਾਰ ਹੀ ਨਹੀਂ, ਕੋਈ ਸਰੂਪ ਹੀ ਨਹੀਂ ਹੈ। ਪਰ ਜਦੋਂ ਉਹਨੇ ਦੂਜਿਆਂ ਨੂੰ ਦਰਸ਼ਨ ਦੇਣੇ ਹੁੰਦੇ ਨੇ, ਫਿਰ ਉਹਨੂੰ ਸਰੂਪ ਧਾਰਨ ਕਰਨਾ ਪੈਂਦਾ। ਉਦੋਂ ਹੋ ਜਾਂਦਾ ਉਹ ਏਕੰਕਾਰ। ਜਦੋਂ ਇਹਨਾਂ ਅੱਖਾਂ ਨਾਲ ਦਿਸੇ, ਫਿਰ ਉਹ ਹੁੰਦਾ ਓਅੰਕਾਰ। ਪਰਮਾਤਮਾ ਦੇ 3 ਰੂਪ ਨੇ, ਨਿਰੰਕਾਰ, ਏਕੰਕਾਰ, ਓਅੰਕਾਰ। ਨਿਰੰਕਾਰ ਤਾਂ ਦਿਸਦਾ ਹੀ ਨਹੀਂ, ਕਿਉਂਕਿ ਉਹਦਾ ਤਾਂ ਸਰੂਪ ਹੀ ਨਹੀਂ, ਉਹਦਾ ਤਾਂ ਸਰੂਪ ਹੀ ਨਹੀਂ। ਜਦੋਂ ਪਰਮਾਤਮਾ ਨੇ ਕਿਸੇ ਨੂੰ ਦਰਸ਼ਨ ਦੇਣੇ ਹੁੰਦੇ ਨੇ, ਅੰਦਰਲੀ ਸਾਡੀ ਦਿਵ ਦ੍ਰਿਸ਼ਟੀ ਖੋਲ੍ਹਦਾ ਹੈ ਅਤੇ ਪਰਮਾਤਮਾ ਸੂਖਸ਼ਮ ਰੂਪ ਧਾਰ ਕੇ ਸਾਨੂੰ ਦਰਸ਼ਨ ਦਿੰਦਾ ਹੈ। ਉਹ ਸਾਨੂੰ ਦਿਵ ਦ੍ਰਿਸ਼ਟੀ ਨਾਲ ਖੋਲ੍ਹਦਾ। ਇੱਕ ਪਰਮਾਤਮਾ ਦਾ ਉਹ ਰੂਪ ਹੈ ਜਿਹੜਾ ਆਪਾਂ ਸਾਰੇ ਬੈਠੇ ਹਾਂ, ਇਹ ਹੈ ਉਹ ਓਅੰਕਾਰ ਰੂਪ। ਇਹਨਾਂ ਖੁੱਲ੍ਹੀਆਂ ਅੱਖਾਂ ਨਾਲ ਦਿਸ ਰਿਹਾ, ਜੋ ਦਿਸੈ ਸੋ ਤੇਰਾ ਰੂਪ। ਗੁਰਬਾਣੀ ਕਹਿੰਦੀ ਹੈ ਪਰਮਾਤਮਾ ਜੋ ਦਿਸ ਰਿਹਾ ਬਸ ਤੇਰਾ ਹੀ ਰੂਪ ਹੈ। ਸੋ ਇਸ ਲਈ ਇੱਕ ਓਅੰਕਾਰ ਪਾ ਪਰਮਾਤਮਾ, ਸਤਿਗੁਰ ਸਤਿਗੁਰੂ ਦੀ। ਜਦੋਂ ਨਾ, ਨੂੰ, ਨੇ, ਦੀ, ਦਾ, ਦੀ ਆ ਜਾਏ ਨਾ, ਫਿਰ ਉਹਦੇ ਹੇਠੋਂ ਅਖੀਰਲੇ ਅੱਖਰ ਦੇ ਹੇਠੋਂ ਔਂਕੜ ਕੱਟ ਜਾਂਦਾ। ਸਤਿਗੁਰ, ਜੇ ਰਾਰਨ ਔਂਕੜ ਦਾ ਫਿਰ ਹੁਣ ਅਸੀਂ ਸਤਿਗੁਰੂ। ਹੁਣ ਰਾਰਨ ਔਂਕੜੇ ਦਾ ਮਤਲਬ ਸਤਿਗੁਰੂ, ਇਹ ਜਿਹੜਾ ਪਰਮਾਤਮਾ ਹੈ, ਇਹ ਸਤਿਗੁਰੂ ਦੀ ਪ੍ਰਸਾਦ ਦੀ ਕਿਰਪਾ, ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਸੋ ਪੁਰਖ ਨਿਰੰਜਨ, ਇਹਨੂੰ ਨਿਰੰਜਨ ਨਹੀਂ ਕਹਿਣਾ, ਖਿਆਲ ਰੱਖਣਾ। ਪੰਜਾਬੀ ਨੇ ਆਪਣੇ ਨਾਮ ਨਿਰੰਜਨ ਸਿੰਘ ਰੱਖੇ ਹੁੰਦੇ ਨੇ। ਹੁਣ ਕੋਈ ਆਪਣਾ ਨਾਮ ਲਿਖੋ ਤਾਂ ਵੀ ਲਿਖਣੇ NARI, ਆਈ ਪਾਉਂਦੇ। ਨਿਰੰਜਨ ਹੈਗਾ ਨਿਰੰਜਨ, ਨੰਨੇ ਨੂੰ ਸਿਆਰੀ ਚਾਹੀਦਾ ਸੀ। ਜਿਵੇਂ ਨੰਨੇ ਨੂੰ ਸਿਆਰੀ, ਨਿਰੰਜਨ 2 ਸ਼ਬਦਾਂ ਤੋਂ ਬਣਿਆ। ਨਿਰ ਅੰਜਨ, ਅੰਜਨ ਦੇ ਕਈ ਅਰਥ ਨੇ। ਅੰਜਨ ਮੈਨੇ ਸੁਰਮਾ, ਅੰਜਨ ਮੈਨੇ ਕਾਲਖ, ਅੰਜਨ ਮੈਨੇ ਮਾਇਆ। ਨਿਰੰਜਨ, ਨਿਰਅੰਜਨ, ਜਿਸ 'ਤੇ ਮਾਇਆ ਦਾ ਕੋਈ ਅਸਰ ਨਾ ਹੋਵੇ, ਉਹਨੂੰ ਕਹਿੰਦੇ ਨਿਰੰਜਨ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮ ਅਗੰਮ ਅਪਾਰਾ। ਅਗੰਮਾ ਸ਼ਬਦ ਸੰਸਕ੍ਰਿਤ ਦਾ ਹੈ, ਅਤੇ ਸੰਸਕ੍ਰਿਤ ਦੇ ਉੱਤੇ ਟਿੱਪੀ ਲਾ ਕੇ ਬੋਲਣਾ। ਅਗਮਾ ਅਗਮ ਨਹੀਂ ਹੈ। 99% ਪਾਠੀ ਕੀਰਤਨੀ ਇਸ ਨੂੰ ਅਗਮਾ ਅਗਮ ਪੜ੍ਹਦੇ ਹਨ। ਉਹਨਾਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਹੈ, ਇਹ ਅਗਮਾ ਅਗਮ ਨਹੀਂ ਹੈ, ਇਹ ਅਗੰਮਾ ਅਗੰਮ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਹਰ ਅਗੰਮਾ ਹੁੰਦਾ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਜਿਹਦੇ ਤੱਕ ਸਾਡੀ ਇੰਦਰੀਆਂ ਦੀ ਪਹੁੰਚ ਹੀ ਨਹੀਂ ਹੈ, ਉਹਨੂੰ ਕਹਿੰਦੇ ਅਗੰਮਾ। ਸੋ ਖਿਆਲ ਰੱਖਣਾ, ਅੱਗੇ ਤੋਂ ਆਦਤ ਪੈ ਗਈ ਹੁੰਦੀ ਅਗਮਾ ਅਗਮ ਪੜ੍ਹਨ ਦੀ, ਕਿਉਂਕਿ ਅਸੀਂ ਕੈਸਟਾਂ ਹੋਰ ਕੀਰਤਨ ਸੁਣਦੇ ਰਹਿੰਦੇ ਹਾਂ। ਉਹ ਅਗਮਾ ਅਗਮ ਪੜ੍ਹਦੇ ਰਹਿੰਦੇ, ਹੌਲੀ ਹੌਲੀ ਆਪਾਂ ਨੂੰ ਵੀ ਪੱਕ ਜਾਂਦਾ ਹੈ। ਤੁਸੀਂ ਖਿਆਲ ਰੱਖਣਾ, ਹਰ ਅਗੰਮ ਅਗੰਮ ਅਪਾਰਾ। ਸਭ ਧਿਆਵੇਂ ਸਭ ਧਿਆਵੇਂ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਚੌਥੇ ਪਾਤਸ਼ਾਹ ਕਹਿੰਦੇ, ਸੋ ਪੁਰਖ, ਪੁਰਖ ਹੁੰਦਾ ਜਿਹੜਾ ਸਾਰਿਆਂ ਦੇ ਵਿੱਚ ਬਿਰਾਜਮਾਨ ਹੋਵੇ। ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਹੈ, ਉਹ ਹਰ ਇੱਕ ਚੀਜ਼ ਦੇ ਵਿੱਚ ਹੈ। ਇਸ ਲਈ ਆਮ ਕਹਾਵਤ ਹੈ, ਕਣ ਕਣ ਮੇਂ ਭਗਵਾਨ। ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਹੈ, ਇਸ ਲਈ ਉਹਨੂੰ ਕਹਿੰਦੇ ਨੇ ਪੁਰਖ। ਸੋ ਪੁਰਖ ਨਿਰੰਜਨ, ਉਹ ਪਰਮਾਤਮਾ ਮਾਇਆ ਤੋਂ ਨਿਰਲੇਪ ਹੈ। ਨਿਰੰਜਨ, ਜਿਸ 'ਤੇ ਮਾਇਆ ਦਾ ਕੋਈ ਅਸਰ ਨਾ ਹੋਵੇ।
ਸਾਡੇ 'ਤੇ ਤਾਂ ਮਾਇਆ ਦਾ ਅਸਰ ਹੈ। ਪਰਮਾਤਮਾ ਅਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਪਰਮਾਤਮਾ ਜੋ ਸਭ ਦੇ ਵਿੱਚ ਵਿਆਪਕ ਹੈ, ਮਾਇਆ ਤੋਂ ਨਿਰਲੇਪ ਹੈ। ਹਰ ਪੁਰਖ ਨਿਰੰਜਨ। ਪਰਮਾਤਮਾ ਜੋ ਸਭ ਦੇ ਵਿੱਚ ਬਿਰਾਜਮਾਨ ਹੈ, ਉਹ ਮਾਇਆ ਤੋਂ ਨਿਰਲੇਪ ਹੈ। ਹਰ ਅਗੰਮ ਅਗੰਮ ਅਪਾਰ। ਅਪਾਰਾ ਹੁੰਦਾ ਬੇਅੰਤ। ਪਰਮਾਤਮਾ ਬੇਅੰਤ ਹੈ ਅਤੇ ਅਗੰਮਾ ਅਗੰਮ ਦਾ ਮਤਲਬ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਹਦੇ ਤੱਕ ਸਾਡੀਆਂ ਇੰਦਰੀਆਂ ਦੀ ਪਹੁੰਚ ਨਹੀਂ ਹੈ। ਪਰਮਾਤਮਾ ਅਪਹੁੰਚ ਹੈ। ਅਸੀਂ ਇੰਦਰੀਆਂ ਰਾਹੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ। ਸੁਰਤ ਰਾਹੀਂ ਪਹੁੰਚ ਸਕਦੇ। ਅਸੀਂ ਸੁਰਤ ਰਾਹੀਂ ਤਾਂ ਉਹਦੇ ਤੱਕ ਪਹੁੰਚ ਸਕਦੇ ਹਾਂ, ਪਰ ਸਰੀਰ ਨਾਲ ਨਹੀਂ ਉਹਦੇ ਤੱਕ ਜਾ ਸਕਦੇ। ਇੰਦਰੀਆਂ ਦੀ ਪਹੁੰਚ ਉਹਦੇ ਤੱਕ ਨਹੀਂ ਹੈ, ਇਸ ਲਈ ਉਹ ਅਗੰਮਾ ਹੈ, ਉਹ ਅਪਹੁੰਚ ਹੈ, ਉਹ ਪਹੁੰਚ ਤੋਂ ਪਰੇ ਹੈ, ਉਹ ਸਾਡੀ ਪਕੜ ਤੋਂ ਪਰਾਂ ਹੈ। ਹਰ ਅਗੰਮ ਅਗੰਮ ਅਪਾਰ। ਸਭ ਧਿਆਵੇਂ ਤੁਝੀ, ਹਰ ਸੱਚੇ ਸਿਰਜਣਹਾਰ। ਹੇ ਸਦਾ ਰਹਿਣ ਵਾਲੇ, ਸੱਚੇ ਸਦਾ ਰਹਿਣ ਵਾਲੇ ਸਿਰਜਣਹਾਰਾ, ਹਰ ਚੀਜ਼ ਨੂੰ ਬਣਾਉਣ ਵਾਲਾ। ਸਿਰਜਣਾ ਹੁੰਦਾ ਬਣਾਉਣਾ ਕਿਸੇ ਚੀਜ਼ ਨੂੰ। ਸਿਰਜਣਹਾਰਾ, ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ। ਹੇ ਸਦਾ ਰਹਿਣ ਵਾਲੇ ਪਰਮਾਤਮਾ, ਤੂੰ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਹੈ। ਸਭ ਧਿਆਵੇਂ ਤੁਝੀ। ਸਾਰੇ ਤੈਨੂੰ ਧਿਆਉਂਦੇ ਹਨ, ਤੈਨੂੰ ਧਿਆਉਂਦੇ ਹਨ। ਸਾਰੇ ਪਰਮਾਤਮਾ ਨੂੰ ਯਾਦ ਕਰਦੇ ਨੇ। ਕਿਸੇ ਦੀ ਆਪਾਂ ਨੂੰ ਸਮਝ ਆਉਂਦੀ, ਕਿਸੇ ਦੀ ਨਹੀਂ ਆਉਂਦੀ। ਆਪਾਂ ਜਾਨਵਰ ਨੇ ਚੀਂ ਚੀਂ ਕਰ ਰਹੇ ਨੇ, ਆਪਾਂ ਕਹੇ ਬਰਡਸ ਆਰ ਚਰਪਿੰਗ, ਇੰਗਲਿਸ਼ ਕਹਿੰਦੇ ਬਰਡਸ ਆਰ ਚਰਪਿੰਗ, ਆਪਾਂ ਕਹਿੰਦੇ ਪੰਛੀ ਚੀਂ ਚੀਂ ਕਰ ਰਹੇ ਹਨ। ਚੌਥੇ ਪਾਤਸ਼ਾਹ ਕਹਿੰਦੇ ਨਹੀਂ, ਇਹ ਤਾਂ ਪਰਮਾਤਮਾ ਦਾ ਨਾਮ ਜਪ ਰਹੇ ਨੇ, ਚੀਂ ਚੀਂ ਨਹੀਂ ਕਰ ਰਹੇ। ਕਿਉਂ ਜਿਹੋ ਜਿਹੀ ਸਾਡੀ ਅਵਸਥਾ ਅੰਦਰਲੀ ਹੁੰਦੀ ਨਾ, ਸਾਨੂੰ ਸੰਸਾਰ ਉਹੋ ਜਿਹਾ ਦਿਸਦਾ ਹੈ। ਜਿਹੋ ਜਿਹੀ ਕਹਿੰਦੇ, ਜਿਹੋ ਜਿਹੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜਿਹੀ ਬੰਦੇ ਦੀ ਆਪਣੀ ਸੋਚ ਹੁੰਦੀ ਹੈ, ਸੰਸਾਰ ਨੂੰ ਉਹੋ ਜਿਹਾ ਦਿਸਦਾ ਹੈ। ਤਾਂ ਕਿ ਚੋਰ ਨੂੰ ਸਾਰੇ ਚੋਰ ਵਿਖਾਈ ਦਿੰਦੇ ਨੇ। ਕਿਉਂ? ਉਹਦੀ ਬਿਰਤੀ ਚੋਰਾਂ ਵਾਲੀ ਹੈ, ਉਹਨੂੰ ਸਾਰੇ ਚੋਰ ਹੀ ਲੱਗਦੇ ਨੇ। ਸਾਧ ਨੂੰ ਕਹਿੰਦੇ ਸਾਰੇ ਸਾਧ ਹੀ ਵਿਖਾਈ ਦਿੰਦੇ ਨੇ। ਸੋ ਜਿਹੋ ਜਿਹੀ ਮਨੁੱਖ ਦੀ ਬਿਰਤੀ ਹੁੰਦੀ ਹੈ, ਉਹੋ ਜਿਹਾ ਉਹਨੂੰ ਸੰਸਾਰ ਵਿਖਾਈ ਦਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕੇ ਸਾਰੇ ਤੈਨੂੰ ਧਿਆਉਂਦੇ ਹਨ। ਸਾਡੀਆਂ ਨਜ਼ਰ ਕਿੰਨੇ ਨੇ ਜਿਹੜੇ ਉਹਦਾ ਨਾਮ ਨਹੀਂ ਜਪਦੇ, ਕਿੰਨੇ ਨੇ, ਪਰ ਉਹ ਕਹਿੰਦੇ ਨਹੀਂ, ਤੈਨੂੰ ਸਾਰੇ ਹੀ ਧਿਆਉਂਦੇ ਨੇ। ਸਭ ਜੀ ਤੁਮਾਰੇ ਜੀ। ਪਹਿਲਾ ਜਿਹੜਾ ਜੀ ਹੈ, ਜੱਜਨ ਵੈਰੀ ਆੜਾ ਜੀ, ਇਹਦਾ ਮਤਲਬ ਜੀਵ। ਅਤੇ ਦੂਜਾ ਜਿਹੜਾ ਤੁਮਾਰੇ ਜੀ, ਉਹ ਸਤਿਕਾਰ ਵਜਾਓ ਜੀ, ਬੈਠੋ, ਜਿਵੇਂ ਆਪਾਂ ਕਹਿੰਦੇ। ਸਭ ਜੀ ਤੁਮਾਰੇ ਜੀ। ਜਿਹੜਾ ਪਹਿਲਾ ਜੀ ਹੈ, ਜੱਜਨ ਪਿਆਰੀ ਆੜਾ, ਇਹ ਬਹੁਵਚਨ ਹੈ। ਇਸ ਲਈ ਇਹਦੇ ਅੱਗੇ ਸਭ ਲੱਗਾ, ਭਾਵੇਂ ਨੂੰ ਸਿਹਾਰੀ ਲੱਗੀ ਹੈ। ਸਭ ਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਸੱਸਾ ਭੱਬਾ ਸਭ, ਇੱਕ ਵਚਨ ਇਸਤਰੀ ਲਿੰਗ। ਇੱਕ ਹੈ ਸੱਸਾ ਭੱਬੇ ਨੂੰ ਔਂਕੜ, ਪੁਲਿੰਗ ਇੱਕ ਵਚਨ। ਇੱਕ ਹੈ ਸੱਸਾ ਭੱਬੇ ਨੂੰ ਸਿਹਾਰੀ ਸਭ, ਬਹੁਵਚਨ। ਸਭ ਜੀ ਤੁਮਾਰੇ ਜੀ। ਸਾਰੇ ਜੀਵ ਜਿਹੜੇ ਨੇ, ਹੇ ਪਰਮਾਤਮਾ, ਇਹ ਤੇਰੇ ਨੇ। ਤੂੰ ਜੀਆਂ ਕਾ ਦਾਤਾਰਾ, ਤੂੰ ਸਾਰੇ ਜੀਵਾਂ ਦਾ ਦਾਤਾ ਹੈ, ਉਹਨਾਂ ਨੂੰ ਦਾਤਾ ਦੇਣ ਵਾਲਾ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹੇ ਸੰਤੋ, ਹੇ ਭਲੇ ਪੁਰਸ਼ੋ, ਪਰਮਾਤਮਾ ਦਾ ਨਾਮ ਜਪੋ। ਸਭ ਦੁੱਖ ਵਿਸਾਰਨ ਹਾਰਾ, ਉਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਮਨੁੱਖ ਦੁਖੀ ਫਿਰੀ ਜਾਂਦਾ ਹੈ, ਇਹ ਨਾਮ ਨਹੀਂ ਜਪਦਾ। ਬਸ ਇਹ ਨਾਮ ਨਹੀਂ ਜਪਦਾ, ਭਜਨ ਬੰਦਗੀ ਨਹੀਂ ਕਰਦਾ, ਦੁਖੀ ਫਿਰੀ ਜਾਂਦਾ। ਗੁਰਬਾਣੀ ਕਹਿੰਦੀ ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰ। ਪਰਮਾਤਮਾ ਸਾਰੇ ਦੁੱਖਾਂ ਨੂੰ ਭੁਲਾ ਦੇਣ ਵਾਲਾ। ਵਿਸਾਰਨ ਦਾ ਭੁਲਾ ਦੇਣਾ। ਪਰਮਾਤਮਾ ਸਾਰੇ ਦੁੱਖਾਂ ਨੂੰ ਭੁਲਾ ਦੇਣ ਵਾਲਾ ਹੈ।
ਇਸ ਲਈ ਉਹਦਾ ਨਾਮ ਜਪੋ, ਉਹਨੂੰ ਧਿਆਓ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਪਰਮਾਤਮਾ ਆਪ ਹੀ ਮਾਲਕ ਹੈ। ਠਾਕੁਰ ਮਾਲਕ ਨੂੰ ਕਹਿੰਦੇ ਨੇ। ਪਰਮਾਤਮਾ ਆਪ ਹੀ, ਇਹਨੂੰ ਠਾਕਰ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ। ਹਿੰਦੀ ਕੱਕੇ ਨੂੰ ਔਂਕੜ ਬੋਲਦਾ ਹੈ, ਇਸ ਲਈ ਠਾਕੁਰ। ਆਮ ਸਿੱਧਾ ਆਪਾਂ ਕਹਿੰਦੇ ਠਾਕਰ ਨਹੀਂ, ਪੜ੍ਹਨ ਵੇਲੇ ਕਹਿੰਦੇ ਠਾਕੁਰ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ। ਪਰਮਾਤਮਾ ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਕਿਆ ਨਾਨਕ ਜੰਤ ਵਿਚਾਰਾ, ਇਹ ਵਿਚਾਰਾ ਜੀਵ ਕੀ ਕਰਨ ਜੋਗਾ ਹੈ। ਪਰਮਾਤਮਾ ਆਪ ਹੀ ਮਾਲਕ ਹੈ, ਆਪ ਹੀ ਸੇਵਕ ਹੈ। ਕਿਸੇ 'ਚ ਮਾਲਕ ਬਣ ਕੇ ਬੈਠਾ ਹੈ, ਕਿਸੇ 'ਚ ਸੇਵਕ ਬਣ ਕੇ ਬੈਠਾ ਹੈ। ਕੋਈ ਸੇਵਾ ਕਰ ਰਿਹਾ, ਕੋਈ ਸੇਵਾ ਕਰਵਾ ਰਿਹਾ ਹੈ। ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ। ਕਈ ਰਜਾਈਆਂ 'ਚ ਪਏ ਨੇ ਅਤੇ ਕਈ ਜਿਹੜੇ ਸੇਵਾਦਾਰ ਨੇ ਉਹਨੇ ਉੱਪਰ ਪਹਿਰਾ ਦੇ ਰਹੇ ਨੇ, ਇਹਨਾਂ ਨੂੰ ਕੋਈ ਮਾਰ ਨਾ ਜਾਏ। ਦਾਤ ਦੀ ਮੌਜ ਹੈ। ਕਿਸੇ ਨੂੰ ਕਹਿੰਦਾ ਤੂੰ ਰਜਾਈਆਂ 'ਚ ਪੈ, ਠੰਡ ਦਾ ਮੌਸਮ ਹੈ। ਕਿਸੇ ਨੂੰ ਕਹਿ ਤੂੰ ਸਾਰਾ ਜਾਗਦਾ ਰਹਿ, ਪਹਿਰਾ ਦੇਣਾ, ਇਹਨੂੰ ਕੋਈ ਮਾਰ ਨਾ ਜਾਏ, ਕੋਈ ਤਕਲੀਫ ਨਾ ਹੋਵੇ, ਉੱਤੇ ਲੱਗਾ ਹੋਇਆ। ਸੋ ਇਸ ਲਈ ਪਰਮਾਤਮਾ ਆਪ ਹੀ ਮਾਲਕ ਹੈ, ਆਪ ਹੀ ਸੇਵਕ ਹੈ। ਕਿਆ ਨਾਨਕ ਜੰਤ, ਇਹ ਵਿਚਾਰਾ ਜੰਤ ਉਹਦੇ ਸਾਹਮਣੇ ਕੀ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੇਂ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਇਹ ਪਰਮਾਤਮਾ ਘਾਟ ਹੈ, ਘੜੇ ਨੂੰ ਵੀ ਕਹਿੰਦੇ ਨੇ। ਹਿੰਦੀ ਘਾਟ ਹੈ, ਘੜੇ ਨੂੰ ਵੀ ਕਹਿੰਦੇ ਨੇ। ਅਤੇ ਇੱਥੇ ਘਟ ਦਾ ਮਤਲਬ ਸਰੀਰ। ਤੂੰ ਘਟ ਘਟ ਅੰਤਰ, ਤੂੰ ਸਾਰੇ ਸਰੀਰਾਂ 'ਚ ਵਸਦਾ ਹੈ। ਸਰਬ ਨਿਰੰਤਰ ਜੀ, ਔਰ ਲਗਾਤਾਰ ਵਸਦਾ ਹੈ। ਇਹ ਨਹੀਂ ਵੀ ਅੱਜ ਵਸਦਾ ਅਤੇ ਕੱਲ੍ਹ ਨੂੰ ਕਿਤੇ ਗਿਆ ਹੋਏਗਾ ਨਾ। ਤੂੰ ਲਗਾਤਾਰ ਸਾਰੇ ਸਰੀਰਾਂ ਦੇ ਵਿੱਚ ਵਸ ਰਿਹਾ ਹੈ। ਹਰ ਏਕੋ ਪੁਰਖ ਸਮਾਨ, ਇੱਕ ਪਰਮਾਤਮਾ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਪਰਮਾਤਮਾ ਹੀ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਇੱਕ ਦਾਤੇ, ਇੱਕ ਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਈੜੀ ਨੂੰ ਸਿਆਰੀ ਕੱਕਾ ਇੱਕ ਵਚਨ ਇਸਤਰੀ ਲਿੰਗ। ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਇੱਕ ਵਚਨ ਪੁਲਿੰਗ। ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇੱਕ ਬਹੁਵਚਨ। ਇਹ ਇੱਥੇ ਬਹੁਵਚਨ ਸ਼ਬਦ ਹੈ। ਇੱਕ ਦਾਤੇ, ਤਾਂ ਹੀ ਕਿ ਦਾਨੀ ਤਾਂ ਹੁੰਦਾ ਦਾਤਾ। ਜੇ ਇੱਕ ਸ਼ਬਦ ਇੱਕ ਵਚਨ ਹੁੰਦਾ ਫਿਰ ਅੱਗੇ ਹੁੰਦਾ ਦਾਤਾ, ਅੱਗੇ ਹੈ ਦਾਤੇ। ਇਸ ਕਰਕੇ ਇਹ ਸਿੱਧ ਕਰਦਾ ਜਿਹੜੇ ਇੱਕ ਸ਼ਬਦ ਹੈ ਇਹ ਬਹੁਵਚਨ ਹੈ, ਭਾਵ ਕਈ। ਇੱਥੇ ਮਤਲਬ ਕਈ। ਇੱਕ ਦਾਤੇ ਇੱਕ ਭਿਖਾਰੀ ਜੀ। ਕਈ ਤਾਂ ਦਾਤੇ ਨੇ, ਦਾਨੀ ਨੇ, ਕਈ ਵਿਚਾਰੇ ਭਿੱਖਿਆ ਮੰਗਣ ਵਾਲੇ ਨੇ, ਕਈ ਭਿੱਖਿਆ ਮੰਗਣ ਵਾਲੇ। ਸਭ ਤੇਰੇ ਚੋਜ ਵਿਡਾਣਾ। ਵਿਡਾਣਾ ਹੁੰਦਾ ਅਸਚਰਜ। ਹੇ ਪਰਮਾਤਮਾ, ਇਹ ਤੇਰੇ ਅਸਚਰਜ ਕੌਤਕ ਨੇ ਕਿ ਕਈਆਂ ਨੂੰ ਤੂੰ ਦਾਤੇ ਬਣਾ ਦਿੱਤਾ ਹੈ, ਕਈਆਂ ਨੂੰ ਤੂੰ ਭਿਖਾਰੀ ਬਣਾ ਦਿੱਤਾ ਹੈ। ਕਿਉਂਕਿ ਜੇ ਦਾਤਾ ਹੈ ਤਾਂ ਅੱਗੇ ਭਿਖਾਰੀ ਵੀ ਜ਼ਰੂਰ ਚਾਹੀਦਾ, ਨਹੀਂ ਤਾਂ ਦਾਨ ਕਿਹਨੂੰ ਦੇਗਾ। ਨਹੀਂ ਦਾਨ ਕਿਹਨੂੰ ਦੇਗਾ। ਜੇ ਭਿਖਾਰੀ ਬਣਾਇਆ ਤਾਂ ਫਿਰ ਕੋਈ ਦਾਤਾ ਵੀ ਚਾਹੀਦਾ ਜਿਹੜਾ ਉਹਨੂੰ ਦਾਨ ਦੇਵੇ। ਪ੍ਰਬੰਧ ਸਾਰਿਆਂ ਦਾ ਕੀਤਾ ਹੋਇਆ। ਇੱਕ ਨੇ ਚੱਲ ਤੂੰ ਭਿੱਖਿਆ ਮੰਗ ਦੇ, ਚੱਲ ਤੂੰ ਲੋੜਵੰਦਾਂ ਨੂੰ ਦੇ, ਉਹਦੀ ਉਹ ਡਿਊਟੀ ਲਾਤੇ। ਜਿਹੜਾ ਤੇਰੇ ਦਰ 'ਤੇ ਆਵੇ ਮੰਗਣ ਉਹਦੀ ਸਹਾਇਤਾ ਕਰਨੀ, ਉਹ ਦਾਤਾ ਹੋ ਗਿਆ। ਇੱਕ ਨੂੰ ਚੱਲ ਭਿੱਖਿਆ ਮੰਗ ਤੂੰ, ਉਹ ਭਿਖਾਰੀ ਹੋ ਗਿਆ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਈ ਦਾਤੇ ਨੇ, ਕਈ ਭਿਖਾਰੀ ਨੇ। ਹੇ ਪ੍ਰਮਾਤੇ, ਸਾਰੇ ਤੇਰੇ ਅਸਚਰਜ ਚੋਜ ਹਨ, ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ,
ਹੋਂ ਤਿਸ ਬਿਨ ਅਵਰ ਨਾ ਜਾਣਾ। ਹੈ ਪਰਮਾਤਮਾ ਤੂੰ ਆਪ ਹੀ ਦਾਤਾ। ਭੁਗਤਾ ਹੁੰਦਾ ਭੋਗਣ ਵਾਲਾ, ਅਤੇ ਦਾਤਾ ਨੂੰ ਖਾਣ ਵਾਲਾ ਭੋਗਣ ਵਾਲਾ ਵੀ ਤੂੰ ਆਪ ਹੀ ਹੈ। ਹੋਂ ਤੁਧ ਬਿਨ ਅਵਰ ਨਾ ਜਾਣਾ। ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਤੇਰੇ ਵਰਗਾ ਜਾਣਦਾ ਹੀ ਨਹੀਂ। ਤੇਰੇ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਤੇਰੇ ਵਰਗਾ ਜਾਣਦਾ ਹੀ ਨਹੀਂ। ਬਸ ਤੂੰ ਹੀ ਦਾਤਾ ਹੈ ਅਤੇ ਤੂੰ ਹੀ ਭੁਗਤਾ ਹੈ, ਭੋਗਣ ਵਾਲਾ ਹੈ। ਪਰ ਦਾਤੇ ਦੇ ਵਿੱਚ ਤੂੰ ਬੈਠਾ ਹੈ, ਤੂੰ ਦਾਤਾ ਦੇ ਰਿਹਾ। ਜਿਹੜਾ ਭੋਗਣ ਵਾਲਾ ਖਾਣ ਵਾਲਾ ਉਹਨਾਂ 'ਚ ਤੂੰ ਬੈਠਾ ਹੈ, ਤੂੰ ਉਹ ਦਾਤਾ ਨੂੰ ਭੋਗ ਰਿਹਾ ਹੈ। ਤੂੰ ਹੀ ਦਾਤਾ ਹੈ, ਤੂੰ ਹੀ ਭੁਗਤਾ ਹੈ। ਕਿਉਂਕਿ ਇਹ ਸਾਡੀ ਅਵਸਥਾ ਦੀ ਗੱਲ ਨਹੀਂ ਲਿਖੀ, ਇਹ ਤਾਂ ਬ੍ਰਹਮ ਗਿਆਨ ਦੀ ਬਾਤਾਂ ਨੇ। ਸਾਡੇ ਲਈ ਤਾਂ ਦੇਖਣ ਨੂੰ ਫਲਾਣਾ ਮੰਗਤਾ ਹੈ, ਆ ਫਲਾਣਾ ਜਿਹੜਾ ਹੈ ਦਾਨੀ ਹੈ। ਜਦੋਂ ਬ੍ਰਹਮ ਗਿਆਨ ਹੁੰਦਾ ਫਿਰ ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਵੀ ਤਾਂ ਸਭ ਪਰਮਾਤਮਾ ਹੀ ਕਰ ਰਿਹਾ, ਮੰਗ ਵੀ ਉਹੀ ਰਿਹਾ, ਦਾਨ ਵੀ ਉਹੀ ਦੇ ਰਿਹਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਪਾਰ ਬ੍ਰਹਮ ਜੋ ਇਸ ਬ੍ਰਹਮੰਡ ਤੋਂ ਵੀ ਪਰਾਂ, ਪਾਰ ਬ੍ਰਹਮ ਜੋ ਕੁਛ ਪਰਮਾਤਮਾ ਨੇ ਬਣਾਇਆ ਉਹ ਤਾਂ ਹੈਗਾ ਬ੍ਰਹਮ, ਉਹ ਪਾਰ ਹੈ, ਉਹ ਉਸ ਤੋਂ ਵੀ ਪਰਾਂ ਹੈ। ਤੂੰ ਪਾਰ ਬ੍ਰਹਮ ਹੈ, ਬੇਅੰਤ ਬੇਅੰਤ, ਤੂੰ ਬੇਅੰਤ ਹੈ, ਬੇਅੰਤ ਹੈ, ਤੇਰਾ ਕੋਈ ਅੰਤ ਹੀ ਨਹੀਂ ਹੈ। ਬੇ ਫਾਰਸੀ ਦਾ ਸ਼ਬਦ ਹੈ, ਬੇ ਹੁੰਦਾ ਬਿਨਾਂ, ਅੰਤ ਐਂਡ ਜਿਹਨੂੰ ਆਪਾਂ ਕਹਿੰਦੇ, ਬੇਅੰਤ, ਅੰਤ ਤੋਂ ਬਿਨਾਂ, ਬੇਅੰਤ। ਤੇਰੇ ਕਿਆ ਗੁਣ ਆਖ ਵਖਾਣਾ। ਤੇਰੇ ਕਿਹੜੇ ਗੁਣਾਂ ਦਾ ਮੈਂ ਵਰਣਨ ਕਰਾਂ, ਵਖਾਣਾ ਦਾ ਵਰਣਨ ਕਰਨਾ। ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਮੈਂ ਉਹਨਾਂ ਦਾ ਵਰਣਨ ਕਰਾਂ। ਤੂੰ ਤਾਂ ਬੇਅੰਤ ਹੈ। ਜਿਹੜਾ ਆਪ ਬੇਅੰਤ ਹੈ, ਯਾਦ ਰੱਖੋ ਉਹਦੀ ਹਰ ਇੱਕ ਚੀਜ਼ ਬੇਅੰਤ ਹੋਏਗੀ। ਉਹਦੇ ਗੁਣ ਵੀ ਬੇਅੰਤ ਨੇ, ਗਿਣਤੀ ਮਿਣਤੀ ਹੈ ਹੀ ਨਹੀਂ ਹੈ। ਇਸ ਲਈ ਕੌਣ ਉਹਦੇ ਸਾਰੇ ਗੁਣ ਗਾ ਸਕਦਾ ਹੈ। ਕਹਿੰਦੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ। ਜੋ ਸੇਵੇਂ ਤੁਝੀ ਜਨ ਨਾਨਕ ਤਿਨ ਕੁਰਬਾਨਾ। ਹੈ ਪਰਮਾਤਮਾ ਜੋ ਤੇਰਾ ਸਿਮਰਨ ਕਰਦੇ ਹਨ, ਸੇਵੇਂ ਸਿਮਰਨ ਕਰਦੇ ਹਨ, ਤੈਨੂੰ ਯਾਦ ਕਰਦੇ ਹਨ। ਜੋ ਸੇਵੇਂ ਤੁਝੀ, ਇਹ ਪਰਮਾਤਮਾ ਜਿਹੜੇ ਤੇਰਾ ਸਿਮਰਨ ਕਰਦੇ ਹਨ, ਜਨ ਨਾਨਕ ਤਿਨ ਕੁਰਬਾਨਾ। ਦਾਸ ਨਾਨਕ ਉਹਨਾਂ ਤੋਂ ਬਲਿਹਾਰ ਜਾਂਦਾ ਹੈ। ਜਨ ਨਾਨਕ, ਨਾਨਕ ਨੂੰ ਔਂਕੜ ਲਾਇਆ, ਇਹ ਹੁਣ ਫਸਟ ਪਰਸਨ 'ਚ ਹੋ ਗਿਆ। ਪਰ ਗੁਰੂ ਮਹਾਰਾਜ ਆਪ ਕਹਿੰਦੇ ਨੇ ਕਿ ਦਾਸ ਨਾਨਕ ਤਿਨ ਕੁਰਬਾਨਾ, ਉਹਨਾਂ ਤੋਂ ਬਲਿਹਾਰ ਜਾਂਦਾ ਹੈ। ਕਿੰਨਾ ਤੋਂ? ਜੋ ਸੇਵੇਂ ਤੁਝੀ। ਇਹ ਪਰਮਾਤਮਾ ਜਿਹੜੇ ਤੇਰਾ ਸਿਮਰਨ ਕਰਦੇ ਨੇ, ਸਿਮਰਨ ਤੁਸੀਂ ਕਰਦੇ ਹੋ, ਬਲਿਹਾਰ ਗੁਰੂ ਮਹਾਰਾਜ ਜਾਂਦੇ। ਦੇਖੋ ਕਿ ਕਿੰਨਾ ਸਾਨੂੰ ਆਦਰ ਮਾਣ ਗੁਰੂ ਮਹਾਰਾਜ ਦੇ ਰਹੇ ਨੇ। ਜੇ ਅਸੀਂ ਸਿਮਰਨ ਕਰਦੇ ਹਾਂ, ਕੋਈ ਗੁਰੂ 'ਤੇ ਅਹਿਸਾਨ ਤਾਂ ਨਹੀਂ ਹੈ, ਅਸੀਂ ਆਪਣੇ ਫਾਇਦੇ ਲਈ ਕਰਦੇ ਹਾਂ। ਜੇ ਤੁਸੀਂ ਸਤਸੰਗ 'ਚ ਆਪਣੇ ਲਾਭ ਲਈ ਆਏ ਹੋ, ਇੱਥੇ ਗੁਰੂ 'ਤੇ ਕੋਈ ਅਹਿਸਾਨ ਤਾਂ ਨਹੀਂ ਵੀ ਅਸੀਂ ਤੇਰੇ ਸੰਗਤ 'ਚ ਆਏ ਹਾਂ, ਕੋਈ ਅਹਿਸਾਨ ਨਹੀਂ। ਜੇ ਆਪਾਂ ਸਿਮਰਨ ਕਰਦੇ ਹਾਂ ਆਪਣੇ ਲਾਭ ਲਈ ਕਰਦੇ ਹਾਂ, ਪਰਮਾਤਮਾ 'ਤੇ ਕੋਈ ਅਹਿਸਾਨ ਨਹੀਂ ਹੈ, ਆਪਣੇ ਲਾਭ ਲਈ ਕਰ ਰਹੇ ਹਾਂ। ਆਮ ਕਹਾਵਤ ਹੈ ਨਾ, ਕੰਮ ਕਰੀਏ ਆਪਣਾ ਸੋਭਾ ਜਹਾਨ ਦੀ। ਕੰਮ ਆਪਣਾ ਕਰੋ, ਲੋਕ ਤੁਹਾਡੀ ਵਡਿਆਈ ਕਰਨਗੇ, ਭਾਈ ਉਹ ਬਹੁਤ ਮਿਹਨਤੀ ਬੰਦਾ ਹੈ। ਤੁਹਾਡਾ ਬੱਚਾ ਹੁਸ਼ਿਆਰ ਹੈ, ਕਈ ਵਡਿਆਈ ਕਰਨਗੇ। ਜੇ ਤੁਹਾਡਾ ਮੁੰਡਾ, ਤੁਹਾਡੀ ਕੁੜੀ ਬੜੀ ਹੁਸ਼ਿਆਰ ਹੈ, ਹੁਸ਼ਿਆਰ ਤੁਹਾਡਾ ਮੁੰਡਾ ਹੈ, ਵਡਿਆਈ ਦੂਜੇ ਕਰ ਰਹੇ ਨੇ। ਇਸੇ ਤਰ੍ਹਾਂ ਪਰਮਾਤਮਾ ਨੂੰ ਕਿਹਾ, ਉਹ ਕਹਿੰਦੇ ਵੀ ਜਿਹੜੇ ਵੀ ਤੇਰਾ ਸਿਮਰਨ ਕਰਦੇ ਹਨ, ਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਵੀ ਬੱਲੇ ਬੱਲੇ, ਸ਼ਾਬਾਸ਼ ਤੁਹਾਡੇ ਪਏ, ਤੁਸੀਂ ਸਿਮਰਨ ਕਰਦੇ ਹੋ। ਹੁਣ ਜਿਵੇਂ ਗੁਰੂ ਮਹਾਰਾਜ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਜਿਹੜਾ ਵੀ ਮੈਨੂੰ ਗੁਰ ਸਿੱਖ ਦਿਸਦਾ, ਕਹਿੰਦੇ ਮੈਂ ਝੁਕ ਝੁਕ ਕੇ ਉਹਦੇ ਚਰਨੀ ਲੱਗਦਾ ਹਾਂ। ਕਿੰਨਾ ਮਾਣ ਹੈ ਆਪਣੇ ਗੁਰਸਿੱਖ ਨੂੰ, ਕਿਤਨਾ ਮਾਣ ਗੁਰੂ ਮਹਾਰਾਜ ਨੇ ਦਿੱਤਾ ਹੈ।
ਅਸੀਂ ਗੁਰਸਿੱਖ ਬਣਦੇ ਹੀ ਨਹੀਂ ਹੈਗੇ। ਨਹੀਂ ਤਾਂ ਗੁਰੂ ਬਾਰੇ ਕਿੰਨਾ ਮਾਣ ਦਿੰਦੇ ਨੇ, ਨਾਮ ਜਪਣ ਵਾਲੇ ਤਾਂ ਬਲਿਹਾਰ ਜਾਂਦੇ ਨੇ। ਇੱਥੋਂ ਤੱਕ ਕਿ ਕਬੀਰ ਸਾਹਿਬ ਤਾਂ ਕਹਿੰਦੇ ਬਈ ਜਿਹੜਾ ਕਬੀਰ ਸੁਪਨੇ ਹੂੰ ਬਰੜਾਇਕ ਹੈ, ਮੁਖ ਤੇ ਨਿਕਸੈ ਰਾਮ, ਤਾਕੇ ਪਾਕੀ ਪਾਨਹੀ ਮੇਰੇ ਤਨ ਕੋ ਚਾਮ। ਜਿਹੜਾ ਸੁਪਨੇ 'ਚ ਬਰੜਾ ਕੇ ਵੀ ਰਾਮ ਕਹਿੰਦੇ ਨਾ ਮੂੰਹੋਂ, ਕਹਿੰਦੇ ਮੈਂ ਆਪਣੇ ਸਰੀਰ ਦਾ ਚੰਮ ਲਾਹ ਕੇ ਨਾ ਉਹਦੇ ਪੈਰ ਦੀ ਜੁੱਤੀ ਬਣਨ ਲਈ ਤਿਆਰ ਹਾਂ। ਨਾਮ ਅਸੀਂ ਜਪਣਾ, ਕਬੀਰ ਸਾਹਿਬ ਇੱਥੋਂ ਤੱਕ ਕਰਨ ਲਈ ਤਿਆਰ ਹਨ। ਇਸ ਲਈ ਜਿੰਨੀ ਛੇਤੀ ਗੱਲ ਦੀ ਸਮਝ ਆ ਜਾਏ ਸਾਡਾ ਹੀ ਭਲਾ ਹੈ। ਭਜਨ ਬੰਦਗੀ ਕਰਕੇ ਜੀਵਨ ਲੇਖੇ ਲਾ ਲਓ ਵੀ ਕਿੰਨੀ ਮਹਾਨਤਾ ਦਿੰਦੇ। ਬਈ ਸੁਪਨੇ 'ਚ ਘਬਰਾ ਗਿਆ, ਡਰਾਉਣਾ ਸੁਪਨਾ ਆ ਗਿਆ, ਮੂੰਹ 'ਚ ਰਾਮ ਨਿਕਲ ਗਿਆ ਹੈ। ਕਹਿੰਦੇ ਚਾਹੇ ਇਸ ਤਰ੍ਹਾਂ ਵੀ ਰਾਮ ਕਿਹਾ ਤਾਂ ਵੀ ਮੈਂ ਆਪਣਾ ਚੰਮ ਸਰੀਰ ਦਾ ਲਾ ਕੇ ਉਹਦੇ ਪੈਰ ਦੀ ਜੁੱਤੀ ਬਣਨੀ ਤਿਆਰ। ਵੀ ਘੱਟ ਤੋਂ ਘੱਟ ਤੂੰ ਰਾਮ ਤਾਂ ਕਿਹਾ ਨਾ, ਤੂੰ ਰਾਮ ਤੇ ਕਿਹਾ ਨਾ। ਜਿਨ੍ਹਾਂ ਨੂੰ ਨਾਮ ਦੀ ਮਹਿਮਾ ਦਾ ਪਤਾ ਫਿਰ ਉਹ ਕੁਰਬਾਨ ਜਾਂਦੇ ਨੇ। ਹੁਣ ਜਿਹਨੂੰ ਮਹਿਮਾ ਹੀ ਨਹੀਂ ਪਤਾ ਹੈ ਉਹਨੂੰ ਤਾਂ ਕਹਿੰਦੇ ਐਵੇਂ ਟੈਂ ਟੈਂ ਕਰੀ ਜਾਂਦੇ, ਫਲਾਣਾ ਕਰਦੇ ਹਨ। ਇਸ ਲਈ ਜਿੰਨਾ ਵੀ ਸਮਾਂ ਮਿਲੇ ਉਹ ਵਿਅਰਥ ਨਹੀਂ ਗਵਾਉਣਾ ਹੈ, ਉਹਦਾ ਸਦ ਉਪਯੋਗ ਕਰਨਾ। ਹਿੰਦੀ ਵਿੱਚ ਕਹਿੰਦੇ ਸਦ ਉਪਯੋਗ ਕਰਨਾ, ਉਹਦਾ ਸਹੀ ਉਪਯੋਗ ਕਰਨਾ, ਉਹਨੂੰ ਲੇਖੇ ਲਾਉਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਾਜੇ ਕੇਵਲ। ਹਾਂ, ਬਾਕੀ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਇਹ ਉਹਦੇ ਲੇਖੇ 'ਚ ਨਹੀਂ, ਇਹ ਤਾਂ ਅਸੀਂ ਆਪਣੇ ਪਰਿਵਾਰ ਨੂੰ ਪਾਲਣ ਲਈ ਕਰ ਰਹੇ ਹਾਂ। ਕੋਈ ਖੇਤੀਬਾੜੀ ਕਰ ਰਿਹਾ, ਕੋਈ ਨੌਕਰੀ ਕਰ ਰਿਹਾ, ਕੋਈ ਚਾਕਰੀ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹ ਤਾਂ ਆਪਣੇ ਪਰਿਵਾਰ ਨੂੰ ਪਾਲਣ ਲਈ ਹਾਂ। ਇਸ 'ਤੇ ਪਰਮਾਤਮਾ ਸਾਡਾ ਕੋਈ ਅਹਿਸਾਨ ਨਹੀਂ ਵੀ ਅਸੀਂ ਇੰਨਾ ਕੰਮ ਕਰਦੇ ਹਾਂ। ਉਹ ਕਹਿੰਦੇ ਤੁਸੀਂ ਪਰਿਵਾਰ ਲਈ ਕਰਦੇ ਹੋ, ਤੁਸੀਂ ਆਪਣੀ ਆਤਮਾ ਨੇਕੀ ਕਰ ਰਹੇ ਹੋ। ਉਹ ਨਾਮ ਜਪੋ, ਉਹ ਸਮਝੋ ਮੇਰੇ ਲਈ ਤੁਸੀਂ ਕਰ ਰਹੇ ਹੋ। ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਇਹ ਸਮਝੋ ਅਸੀਂ ਪਰਮਾਤਮਾ ਲਈ ਕਰ ਰਹੇ ਹਾਂ। ਇਸ ਲਈ ਕਹਿੰਦੇ ਫਿਰ ਤਾਂ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਰਤ। ਜਿਹੜੇ ਵੀ ਤੇਰੀ ਭਜਨ ਬੰਦਗੀ ਕਰਦੇ ਤੂੰ ਉਹਨਾਂ ਦੇ ਕਾਰਜ ਸਵਰਤ ਹੈ। ਕਹਿੰਦੇ ਅਗਲਾ ਕਹਿੰਦਾ ਠੀਕ ਹੈ, ਤੁਸੀਂ ਮੇਰੀ ਵਡਿਆਈ ਕਰ ਰਹੇ ਹੋ ਨਾ। ਬਾਣੀ ਪੜ੍ਹਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਕਥਾ ਕਰਨਾ, ਕਥਾ ਸੁਣਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਸਭ ਪਰਮਾਤਮਾ ਦੀ ਵਡਿਆਈ ਹੈ। ਉਹਦੀ ਵਡਿਆਈ ਹੈ ਸਾਰੀ। ਅਤੇ ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ ਹੈ, ਬਾਣੀ ਇਹ ਕਹਿੰਦੀ ਹੈ ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ ਹੈ ਪਰਮਾਤਮਾ ਉਹਦੀ ਵਡਿਆਈ ਕਰਵਾਉਂਦਾ। ਜੋ ਪਰਮਾਤਮਾ ਦੀ ਵਡਿਆਈ ਕਰਦਾ ਹੈ ਪਰਮਾਤਮਾ ਲੋਕਾਂ ਤੋਂ ਉਹਦੀ ਵਡਿਆਈ ਕਰਵਾਉਂਦਾ। ਵੀ ਲੈ ਬਈ ਇਹ ਨਾ ਕਿਤੇ ਕਹੀਂ ਵੀ ਮੈਂ ਰੱਬ ਦੀ ਵਡਿਆਈ ਕਰੇ, ਮੇਰੇ 'ਤੇ ਕਿਸੇ ਕੀਤੀ ਨਹੀਂ ਕਿ ਮੈਂ ਤੇਰੀ ਕਰਾਵਾਂਗਾ। ਤੂੰ ਮੇਰੀ ਵਡਿਆਈ ਕਰ, ਮੈਂ ਤੇਰੀ ਕਰਾਵਾਂਗਾ। ਤੂੰ ਮੇਰੀ ਵਡਿਆਈ ਕਰ, ਮੈਂ ਤੇਰੇ ਕੰਮ ਕਰਾਂਗਾ, ਤੇਰੇ ਕੰਮ ਸਵਾਰਾਂਗਾ। ਦੇਖੋ ਕਿੰਨਾ ਫਾਇਦਾ, ਕਿੰਨਾ ਫਾਇਦਾ। ਇਹ ਪਤਾ ਨਹੀਂ ਕਦੋਂ ਸਾਡੇ ਦਿਮਾਗ 'ਚ ਗੱਲ ਬੈਠੇਗੀ। ਬਾਣੀ ਧਿਆਨ ਨਾਲ ਪੜ੍ਹੇ ਤਾਂ ਬੜਾ ਹੀ ਆਨੰਦ ਹੈ। ਇਸ ਤਾਂ ਐਵੇਂ ਨਹੀਂ ਪੜ੍ਹਨਾ ਵੀ ਹਾਂ ਮੇਰੇ ਲਈ ਰਾਮ 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 ਕਰੀ ਜੇ, ਮੈਂ ਤੁਹਾਡੇ ਲਈ ਕੁਛ ਨਹੀਂ ਕਰਨਾ। ਨਹੀਂ, ਕਹਿ ਤੁਸੀਂ ਮੇਰੀ ਵਡਿਆਈ, ਵਾਹਿਗੁਰੂ ਵਾਹਿਗੁਰੂ ਕਰਨਾ ਵਡਿਆਈ ਕਰਨਾ ਨਾ। ਕਹਿ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੀ ਕਰਾ ਦੂੰਗਾ। ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੇ ਕਾਰਜ ਸਵਾਰਾਂਗਾ। ਮੈਂ ਤੁਹਾਡੇ ਕਾਰਜ ਸਵਾਰਾਂਗਾ। ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਡੇ ਦੁੱਖ ਦੂਰ ਕਰਾਂਗਾ। ਤੁਸੀਂ ਮੇਰੀ ਵਡਿਆਈ ਕਰੋ, ਜਿਹੜੇ ਤੁਸੀਂ ਪਾਪ ਕਰਮ ਕਰ ਲੈਣ ਉਹ ਵੀ ਮੈਂ ਤੁਹਾਡੇ ਧੋ ਦਾਂਗਾ, ਉਹ ਵੀ ਤੁਹਾਡੇ ਧੋ ਦਾਂਗਾ। ਤੁਸੀਂ ਕਹਿੰਦੇ ਮੇਰੀ ਵਡਿਆਈ ਕਰੋ, ਮੈਂ ਤੁਹਾਡਾ ਜੰਮਣ ਮਰਨ ਦਾ ਚੱਕਰ ਹੀ ਖਤਮ ਕਰ ਦਾਂਗਾ। ਕਹਿੰਦੇ ਤੁਸੀਂ ਮੇਰੀ ਵਡਿਆਈ ਕਰੋ, ਮੈਂ ਮੌਤ ਦਾ ਡਰ ਹੀ ਤੁਹਾਡੇ ਅੰਦਰ ਖਤਮ ਕਰ ਦਾਂਗਾ। ਪਤਾ ਨਹੀਂ ਕਿੰਨਾ ਕੁਛ ਬਣ ਲੱਗਿਆ। ਇਸ ਲਈ ਜਿੰਨਾ ਵੀ ਸਮਾਂ ਮਿਲੇ ਭਜਨ ਬੰਦਗੀ ਕਰੀਦਾ। ਹੌਲੀ ਹੌਲੀ ਫਿਰ ਅਸੀਂ ਸਮਾਂ ਨਸ਼ਟ ਕਰਨੋਂ ਹਟ ਜਾਵਾਂਗੇ। ਸਮਾਂ ਕਦੇ ਨਸ਼ਟ ਨਹੀਂ ਕਰੀਦਾ, ਕਿਸੇ ਚੀਜ਼ ਨੂੰ ਵਿਅਰਥ ਨਹੀਂ ਜਾਣ ਦਿੰਦਾ। ਸਾਡੇ ਕੋਲ ਤਿੰਨ ਚੀਜ਼ਾਂ ਹੀ ਹੁੰਦੀਆਂ ਕਿ ਸਾਨੂੰ ਤਿੰਨੋਂ ਵਰਤਣੀਆਂ ਆ ਜਾਣ ਨਾ, ਸਾਡੀ ਜ਼ਿੰਦਗੀ ਇਹ ਕਲਾਸ ਸਵਰਗ ਹੋ ਸਕਦੀ। ਇੱਕ ਸਮਾਂ, ਇੱਕ ਧਨ, ਦੂਜਾ ਸਿਹਤ। ਜਦ ਅਸੀਂ ਸਿਹਤਮੰਦ ਹੁੰਦੇ ਹਾਂ ਉਦੋਂ ਹੀ ਚੋਰੀਆਂ ਕਰਦੇ ਹਾਂ, ਡਾਕੇ ਮਾਰਦੇ ਹਾਂ, ਠੱਗੀਆਂ ਕਰਦੇ ਹਾਂ, ਮਿਲਾਵਟ ਕਰਦੇ ਹਾਂ, ਲੁੱਟ ਮਾਰ ਕਰਦੇ ਹਾਂ, ਕਤਲ ਕਰਦੇ ਹਾਂ।
ਬਿਮਾਰ ਬੰਦਾ ਕਿਵੇਂ ਕਰ ਲੇਗਾ ਜੀ? ਸਿਹਤ ਮਿਲੀ ਸੀ, ਕੋਈ ਚੱਜ ਦਾ ਕਰ ਜੀਏ, ਨਹੀਂ ਪੁੱਠਾ ਕਰ ਕਰਕੇ ਤੇ ਫਿਰ ਜੇਲ੍ਹਾਂ 'ਚ ਬੈਠੇ ਰਹੇ, ਸਾਰੀ ਉਮਰ ਹੀ ਲੰਘ ਜਾਂਦੀ। ਸਿਹਤ ਮਿਲੀ, ਉਹਦੀ ਵਰਤੋਂ ਹੀ ਨਹੀਂ ਕਰਨੀ ਆਉਂਦੀ ਵੀ ਪਰਮਾਤਮਾ ਨੇ ਤੰਦਰੁਸਤੀ ਬਖਸ਼ੀ ਹੈ, ਇਸ ਤੰਦਰੁਸਤੀ ਦਾ ਕਿਵੇਂ ਲਾਭ ਉਠਾਉਣਾ ਨਾ, ਪੁੱਠੇ ਕੰਮ ਕਰਨੇ। ਸਮਾਂ ਮਿਲਿਆ ਹੈ, ਉਹ ਗੱਪਾਂ ਮਾਰ ਕੇ, ਤਾਸ਼ ਖੇਡ ਕੇ, ਅਵਾਰਾਗਰਦੀ ਕਰਕੇ, ਨਿੰਦਿਆ ਚੁਗਲੀ ਕਰਕੇ ਉਹ ਬਰਬਾਦ ਕਰ ਦੇਣਾ। ਸਮਾਂ ਮਿਲਿਆ ਭਜਨ ਬੰਦਗੀ ਕਰੋ, ਉਹਨੂੰ ਚੰਗੇ ਪਾਸੇ ਲਾਓ। ਧਨ ਮਿਲਿਆ ਉਜਾੜਨ ਲਈ ਨਹੀਂ ਮਿਲਿਆ ਹੋਇਆ, ਉਜਾੜਨ ਲਈ ਨਹੀਂ ਮਿਲਿਆ, ਧਨ ਵਰਤਣ ਲਈ ਮਿਲਿਆ ਹੋਇਆ। ਕਿਤੇ ਸਾਨੂੰ ਪੈਸਾ ਵਰਤਣਾ ਜੇ ਅਸੀਂ ਭੁੱਖੇ ਮਰ ਹੀ ਨਹੀਂ ਸਕਦੇ, ਅਸੀਂ ਭੁੱਖੇ ਨਹੀਂ ਮਰ ਸਕਦੇ, ਕਿਤੇ ਸਾਨੂੰ ਪੈਸਾ ਵਰਤਣਾ ਜੇ। ਮੈਂ ਘਰ ਦੇ ਜੀਆਂ ਨੂੰ ਆਪਣੇ ਭਰਾ ਸਮਝਾਉਂਦਾ ਰਿਹਾ, ਮੈਂ ਤੁਹਾਨੂੰ ਪੈਸਾ ਵਰਤਣ ਨਹੀਂ ਆਉਂਦਾ, ਤੁਸੀਂ ਗਰੀਬ ਦੇ ਗਰੀਬ ਹੀ ਰਹੋਗੇ, ਤੁਸੀਂ ਨਹੀਂ ਅਮੀਰ ਹੋ ਸਕਦੇ, ਚਾਹੇ ਤੁਹਾਨੂੰ ਕਿੰਨੀ ਆਮਦਨ ਹੋ ਜਾਏ। ਜਿੰਨੀ ਜ਼ਿਆਦਾ ਆਮਦਨ ਹੋਏਗੀ ਤੁਸੀਂ ਉਨਾ ਜ਼ਿਆਦਾ ਸ਼ਰਾਬ ਪੀਂਦੇ ਹੋ, ਉੱਥੇ ਦੇ ਉੱਥੇ ਹੀ ਰਹਿ ਗਏ, ਉੱਥੇ ਰਹਿ ਗਏ। ਮੈਂ ਜੇ ਟੀਚਰ ਲੱਗਾ, ਮੈਂ 40 ਰੁਪਏ ਮਹੀਨਾ ਭੇਜਣਾ, ਭਲੇ ਜ਼ਮਾਨੇ 1963 ਦੀ ਗੱਲ, 40 ਰੁਪਏ ਮਨੀ ਆਰਡਰ ਹੀ ਭੇਜਣੇ ਸ਼ੁਰੂ ਕਰਤੇ। 3 ਮਹੀਨੇ ਬਾਅਦ ਮਾਂ ਨੂੰ ਮੇਰੇ ਪਿੰਡ ਆਇਆ ਮਿਲਣ, ਮੇਰੀ ਮਾਂ ਨੇ ਮੈਨੂੰ ਅੱਡ ਸੱਦਿਆ, ਕਹਿੰਦੇ ਕਾਕਾ ਇਹਨਾਂ ਨੂੰ ਕੋਈ ਪੈਸਾ ਨਹੀਂ ਭੇਜਣਾ। ਮੈਂ ਕਿਉਂ? ਕਹਿੰਦੇ ਜਦੋਂ ਤੇਰਾ ਮਨੀ ਆਰਡਰ ਆਉਂਦਾ ਇਹ ਕਹਿੰਦੇ ਲਿਓ ਵੀ ਮਾਸਟਰ ਦੇ ਪੈਸੇ ਗਏ, ਲਿਓ ਬੋਤਲ, ਇਹ ਤੇਰੇ 40 ਰੁਪਏ ਦੀ ਸ਼ਰਾਬ ਪੀ ਜਾਂਦੇ, ਘਰ ਦੀ ਕੋਈ ਚੀਜ਼ ਨਹੀਂ ਲੈਂਦੇ। ਜਿਹਦੇ ਘਰ ਦਾ ਕੋਈ ਸੌਦਾ ਖਰੀਦਣ ਤਾਂ ਕੋਈ ਅਮੀਰ ਵੀ ਹੋਣ, ਇਹ ਤਾਂ ਸ਼ਰਾਬਾਂ ਪੀਂਦੇ ਨੇ, ਤੂੰ ਉੱਥੋਂ ਔਖਾ ਹੋ ਕੇ ਪੈਸੇ ਭੇਜਦੇ, ਕੋਈ ਇਹਨਾਂ ਨੂੰ ਪੈਸੇ ਭੇਜਣ ਦੀ ਲੋੜ ਨਹੀਂ। ਅੱਗੇ ਤਾਂ ਬੰਦ ਕਰਤੇ। ਮੈਂ 1-2 ਮਹੀਨਾ ਮੈਨੂੰ ਕਿਹਾ, ਫਿਰ ਹਟ ਕੇ ਉਹਨੂੰ ਇਹ ਮੈਂ ਤਾਂ ਆ ਦੇਖੇ, ਕਿਉਂ? ਪੈਸਾ ਵਰਤਣੇ ਨਹੀਂ ਆਉਂਦਾ, ਖਰਚਣਾ ਤਾਂ ਸਾਰੇ ਹੀ ਜਾਣਦੇ ਨੇ। ਅਸੀਂ ਇੱਕ ਦਿਨ 1 ਲੱਖ 2 ਲੱਖ 10 ਲੱਖ ਵੀ ਖਰਚ ਕਰ ਸਕਦੇ ਹਾਂ। ਵਰਤਣ ਨਾਲ ਪੈਸਾ ਕਦੇ ਨਹੀਂ ਮੁੱਕਿਆ ਕਰਦਾ। ਮੈਂ ਕਿੰਨੇ ਸਾਲ ਉਹਨਾਂ ਨਹੀਂ ਉਹ ਸਮਝੇ, ਮੈਂ ਨਾ ਸਮਝੇ ਭਾਈ ਮੈਂ ਕੀ ਕਰਾਂ। ਤੁਹਾਨੂੰ ਪੈਸਾ ਵਰਤਣੇ ਨਹੀਂ ਆਉਂਦਾ, ਤੁਹਾਨੂੰ ਤਾਂ ਖਰਚਣਾ ਆਉਂਦਾ, ਇਸ ਲਈ ਤਾਂ ਭੁੱਖੇ ਨੰਗੇ ਹੀ ਰਹੋਗੇ, ਅਤੇ ਭੁੱਖੇ ਨੰਗੇ ਹੀ ਰਹੇ। ਮੈਂ ਤੁਹਾਨੂੰ ਕੋਈ ਨਹੀਂ ਰੁਝਾ ਸਕਦਾ। ਇਸ ਲਈ ਜੋ ਕੁਛ ਵੀ ਸਾਡੇ ਕੋਲ ਹੈ ਉਹਨੂੰ ਵਰਤਣਾ ਆਉਣਾ ਚਾਹੀਦਾ ਸਾਨੂੰ। ਬਦਕਿਸਮਤੀ ਹੈ ਕਿ ਉਹ ਵਰਤਣਾ ਹੀ ਨਹੀਂ ਆਉਂਦਾ, ਜੋ ਕੁਛ ਹੈ ਉਸ ਨੂੰ ਵਰਤਣਾ ਹੀ ਨਹੀਂ ਆਉਂਦਾ, ਅਤੇ ਮਨੁੱਖ ਆਪਣੇ ਜੀਵਨ ਨੂੰ ਨਰਕੀ ਜੀਵਨ ਬਣਾ ਲੈਂਦਾ ਹੈ। ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰੇ ਜੀਵ ਨਰਕਾਂ 'ਚ ਰਹਿਣ, ਉਹ ਤਾਂ ਕਹਿੰਦੇ ਤੁਸੀਂ ਸਵਰਗ 'ਚ ਰਹੋ, ਜਿਵੇਂ ਮੈਂ ਕਹਿੰਦਾ ਕਹਿੰਦੇ ਉਵੇਂ ਹੀ ਕਰੋ। ਪਰਮਾਤਮਾ ਬਾਣੀ ਰਾਹੀਂ ਕਹਿੰਦਾ ਜਿਵੇਂ ਮੈਂ ਕਹਿੰਦਾ ਤੁਸੀਂ ਉਵੇਂ ਕਰੋ, ਇੱਥੇ ਤੁਹਾਡਾ ਸਵਰਗ ਹੋ ਜਾਊਗਾ। ਭਾਈ ਜਿਹੜਾ ਭਗਤ ਰਵਿਦਾਸ ਜੀ ਕਹਿੰਦੇ ਕਿ ਨਹੀਂ, ਇੱਥੇ ਸਵਰਗ ਹੈ, ਉੱਪਰ ਤਾਂ ਸਵਰਗ ਹੈ ਹੀ ਹੈ, ਇੱਥੇ ਵੀ ਤੁਸੀਂ ਜੇ ਨਾਮ ਜਪ ਕੇ ਅਤੇ ਸ਼ੁਭ ਕਰਮ ਕਰਕੇ ਇੱਥੇ ਆਪਣੇ ਜੀਵਨ ਨੂੰ ਸਵਰਗ ਬਣਾ ਸਕਦੇ ਹੋ। ਨਾ ਨਾਮ ਜਪਣਾ, ਨਾ ਕੋਈ ਚੱਜ ਦਾ ਕੰਮ ਕਰਨਾ, ਪੰਗੇ ਜੇ ਲਈ ਜਾਂਦੇ ਨੇ, ਪੁੱਠੇ ਕੰਮ ਕਰੀ ਜਾਂਦੇ ਨੇ, ਜੇਲ੍ਹਾਂ ਭਰ ਦੇਣੀਆਂ ਨੇ, ਥਾਣੇ ਦੇ ਧੱਕੇ ਖਾਈ ਜਾਂਦੇ ਨੇ, ਕਚਹਿਰੀ 'ਚ ਧੱਕੇ ਖਾਈ ਜਾਂਦੇ ਨੇ, ਪੈਸੇ ਕਦੇ ਪੁਲਿਸ ਵਾਲਿਆਂ ਨੂੰ ਦੇ, ਕਦੇ ਜਿਹੜਾ ਵਕੀਲਾਂ ਨੂੰ ਦੇ, ਸਾਰੀ ਜ਼ਿੰਦਗੀ ਐਂ ਬਰਬਾਦ ਕਰਕੇ ਨਰਕ ਭੋਗ ਕੇ ਚਲੇ ਜਾਂਦੇ ਨੇ। ਇੱਥੇ ਵੀ ਨਰਕ, ਅੱਗੇ ਵੀ ਨਰਕ। ਸੋ ਇਸ ਲਈ ਬਾਣੀ ਤਾਂ ਕਹਿੰਦੀ ਤੁਸੀਂ ਸੁਖੀ ਹੋਵੋ, ਪਰ ਤਾਂ ਹੀ ਅਸੀਂ ਸੁਖੀ ਹੋਏ ਜੇ ਗੁਰੂ ਮਹਾਰਾਜ ਦੀ ਗੱਲ ਮੰਨਾਂਗੇ। ਨਿਰਾ ਪੜ੍ਹਨ ਨਾਲ ਥੋੜ੍ਹੇ ਸੁਖੀ ਹੋ ਜਾਵਾਂਗੇ, ਮੰਨਣ ਨਾਲ ਹੁੰਦਾ ਬੰਦੇ। ਜ਼ਿੰਦਗੀ 'ਚ ਪਰਿਵਰਤਨ ਹਮੇਸ਼ਾ ਮੰਨਣ ਨਾਲ ਆਉਂਦਾ ਹੈ, ਪੜ੍ਹਨ ਸੁਣਨ ਨਾਲ ਨਹੀਂ ਆਉਂਦਾ। ਜਦੋਂ ਮੰਨਾਂਗੇ ਫਿਰ ਪਰਿਵਰਤਨ ਹੁੰਦਾ। ਸੁਣ ਲਿਆ ਤੁਸੀਂ ਵੀ ਨਾਮ ਜਪਣਾ ਚਾਹੀਦਾ, ਨਾਮ ਜਪੇ ਹੀ ਨਹੀਂ, ਨਿਰਾ ਸੁਣਨ ਨਾਲ ਕੀ ਹੋ ਜਾਏਗਾ ਜੀ? ਸੁਣਨ ਨਾਲ ਤੁਹਾਡਾ ਕੋਈ ਨਰਕ ਤੋਂ ਸਵਰਗ ਹੋ ਜਾਏਗਾ ਕੋਈ? ਉਹ ਤਾਂ ਉਸ ਤਰ੍ਹਾਂ ਕਰਨਾ ਪੈਣਾ। ਨਰਕ ਨੂੰ ਸਵਰਗ 'ਚ ਬਦਲਣ ਲਈ ਗੁਰੂ ਦੀ ਗੱਲ 'ਤੇ ਪਹਿਰਾ ਦੇਣਾ ਪੈਣਾ। ਇਹੀ ਨਰਕ ਜਿਹੜਾ ਅੱਜ ਮਨੁੱਖ ਭੋਗ ਰਿਹਾ, ਇਹੀ ਸਵਰਗ 'ਚ ਬਦਲ ਜਾਏਗਾ। ਕਿਸੇ ਨੇ ਸਾਡਾ ਨਰਕ ਨਹੀਂ ਬਦਲਣਾ, ਇਹ ਭੁਲੇਖੇ ਹੀ ਕੱਢਦੇ ਦਿਮਾਗ ਦੇ ਵਿੱਚ। ਅਸੀਂ ਆਪ ਹੀ ਆਪਣਾ ਨਰਕ ਤਿਆਰ ਕੀਤਾ, ਅਸੀਂ ਆਪ ਹੀ ਆਪਣਾ ਸਵਰਗ ਤਿਆਰ ਕਰਨਾ। ਦੂਜੇ ਤਾਂ ਸਾਨੂੰ ਸਿਰਫ ਗਾਈਡ ਕਰਦੇ ਨੇ। ਕਿਸੇ ਨੂੰ ਕੋਈ ਤਕਲੀਫ ਹੈ, ਮੈਂ ਉਹਦੇ ਕੋਲ ਉਹ ਮੇਰੇ ਕੋਲ ਆਉਂਦਾ ਹੈ, ਮੈਨੂੰ ਪਤਾ ਹੈ ਵੀ ਇਹਦੀ ਤਕਲੀਫ ਕਿਵੇਂ ਦੂਰ ਹੋਏਗੀ, ਮੈਂ ਉਹਨੂੰ ਗਾਈਡ ਕਰ ਸਕਦਾ। ਉਹ ਮੇਰੀ ਗੱਲ ਨਹੀਂ ਮੰਨਦਾ, ਫਿਰ ਰਹਿ ਪਈ ਦੁਖੀ, ਫਿਰ ਗੁਰੂ ਮਾਰ ਕੇ ਫਿਰ ਮੈਂ ਕੀ ਕਰਾਂ ਭਾਈ?
ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ। ਸਿੱਖਾਂ 'ਚ ਹੀ ਨੁਕਸ ਹੈ, ਚੇਲਿਆਂ 'ਚ ਹੀ ਨੁਕਸ ਹੈ, ਤੇ ਗੁਰੂ ਕਹਿੰਦਾ ਕੀ ਕਰੇਗਾ। ਕੋਈ ਗੁਰੂ ਨਹੀਂ ਚਾਹੁੰਦਾ ਮੇਰੇ ਜਿਹੜੇ ਚੇਲੇ ਨੇ ਦੁਖੀ ਰਹਿਣ, ਉਹ ਕਹਿੰਦੇ ਸੁਖੀ ਹੋਣ। ਅਤੇ ਸਾਰੇ 10 ਗੁਰੂਆਂ ਨੇ ਸਾਨੂੰ ਸੁਖੀ ਹੋਣ ਲਈ ਹੀ ਆਹ ਸਾਰੇ ਢੰਗ ਤਰੀਕੇ ਦੱਸੇ, ਪਰ ਮਨੁੱਖ ਇਹਨਾਂ ਨੂੰ ਅਪਣਾਉਂਦਾ ਹੀ ਨਹੀਂ, ਅਤੇ ਦੁਖੀ ਦਾ ਦੁਖੀ ਹੀ ਫਿਰੀ ਜਾਂਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਹਰ ਧਿਆਵੇਂ ਤੁਝੀ, ਸੇ ਜਨ ਜੁਗ ਮੈਂ ਸੁਖ ਵਸੀ। ਹੇ ਪਰਮਾਤਮਾ, ਜਿਹੜੇ ਤੇਰਾ ਨਾਮ ਜਪਦੇ ਹਨ, ਜਿਹੜਾ ਤੇਰਾ ਨਾਮ ਜਪਦੇ ਹਨ, ਸੇ ਜਨ, ਜਨ ਜੱਜਾ ਨੰਨਾ ਹੋਣ ਕਰਕੇ ਬਹੁਵਚਨ, ਇਹਦੇ ਉੱਤੇ ਜਿਹੜਾ ਸੇ ਸ਼ਬਦ ਲੱਗਾ ਉਹ ਵੀ ਬਹੁਵਚਨ। ਸੋ ਇੱਕ ਵਚਨ ਹੁੰਦਾ, ਸੇ ਬਹੁਵਚਨ ਹੁੰਦਾ। ਸੇ ਜਨ ਜੁਗ ਮਹਿ ਸੁਖ ਵਾਸੀ, ਇੱਥੇ ਯੁਗ ਤੋਂ ਪਾਵੇ ਸੰਸਾਰ, ਇੱਥੇ ਯੁਗ ਸਤਯੁਗ ਦੁਆਪਰ ਤ੍ਰੇਤਾ ਕਲਯੁਗ ਨਹੀਂ, ਇੱਥੇ ਪਾਵੇ ਸੰਸਾਰ। ਜਿਹੜੇ ਵਿਅਕਤੀ ਤੇਰਾ ਨਾਮ ਜਪਦੇ ਹਨ ਉਹ ਇਸ ਸੰਸਾਰ ਵਿੱਚ ਸੁਖੀ ਰਹਿੰਦੇ ਹਨ, ਸੁਖਵਾਸੀ ਨੇ। ਸੁੱਖਾਂ 'ਚ ਉਹਨਾਂ ਦਾ ਵਾਸ ਹੁੰਦਾ, ਭਾਵ ਸੁਖੀ ਰਹਿੰਦੇ ਨੇ ਜਿਹੜੇ ਤੇਰਾ ਨਾਮ ਜਪਦੇ ਨੇ। ਹੁਣ ਆਖਰਕਾਰ ਬਾਣੀ 'ਚ ਲਿਖਿਆ ਹੋਇਆ ਇਹ ਗਲਤ ਨਹੀਂ ਹੋ ਸਕਦਾ, ਇਸ 'ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਵੀ ਪਤਾ ਨਹੀਂ ਸੁਖੀ ਹੋਵਾਂਗੇ ਕਿ ਨਹੀਂ ਹੋਵਾਂਗੇ। ਇਹ ਤਾਂ ਮੈਂ ਗੁਰੂ ਦੀ ਗੱਲ 'ਤੇ ਵਿਸ਼ਵਾਸ ਨਹੀਂ ਹੈ, ਆਹੀ ਮਤਲਬ ਹੈ। ਗੁਰੂ ਮਹਾਰਾਜ ਜਿਹੜੇ ਪਰਮਾਤਮਾ ਦਾ ਨਾਮ ਜਪਣਗੇ ਉਹ ਸੁਖੀ ਹੋ ਜਾਣਗੇ, ਬਸ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ, ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਸਿੱਖ ਨੂੰ ਜੇ ਗੁਰੂ ਦੇ ਕਿੰਤੂ ਪਰੰਤੂ ਹੋ ਜਾਏਗਾ ਤਾਂ ਸਮਝੋ ਤੁਸੀਂ ਜਿਸ ਬੇੜੀ ਵਿੱਚ ਬੈਠੇ ਹੋ ਉਸ ਬੇੜੀ ਨੂੰ ਤੁਸੀਂ ਆਪ ਹੀ ਮੋਰੀਆਂ ਕਰ ਲਈਆਂ, ਫਿਰ ਡੁੱਬੋਗੇ ਡੁੱਬੋਗੇ। ਗੁਰੂ ਦੀ ਕਿਸੇ ਗੱਲ 'ਤੇ ਸ਼ੰਕਾ ਨਹੀਂ ਕੀਤਾ, ਕਿ ਗੁਰੂ ਸਾਡੇ ਵਰਗਾ ਸਧਾਰਨ ਵਿਅਕਤੀ ਨਹੀਂ ਹੁੰਦਾ। ਖਿਆਲ ਰੱਖਣਾ, ਗੁਰੂ ਮਹਾਰਾਜ ਸਧਾਰਨ ਵਿਅਕਤੀ ਨਹੀਂ। ਉਹਨਾਂ ਦਾ ਜੋ ਕਿਹਾ, ਜੋ ਉਹਨਾਂ ਅਲਹਾਮ ਹੋਇਆ, ਜੋ ਉਹਨਾਂ ਰੈਵੋਲੂਸ਼ਨ ਹੋਈ, ਜੋ ਉਹਨਾਂ ਨੂੰ ਵਿਖਾਈ ਦਿੱਤਾ, ਜੋ ਉਹਨਾਂ ਆਪਣੀ ਅੱਖਾਂ ਨਾਲ ਹੁੰਦਾ ਵੇਖਿਆ, ਸਾਰਾ ਕੁਛ ਉਹਨਾਂ ਲਿਖਿਆ। ਜੋ ਪਰਮਾਤਮਾ ਨੂੰ ਹੁਕਮ ਕੀਤਾ ਉਹ ਲਿਖੀ ਗਏ। ਸਾਡੇ ਗੁਰੂ ਨੇ ਬਾਣੀ ਸੋਚ ਕੇ ਨਹੀਂ ਲਿਖੀ, ਜਿਵੇਂ ਅੱਜ ਕੱਲ੍ਹ ਦਾ ਰਾਈਟਰ ਜਾਂ ਪੋਇਟ ਹੈ ਸੋਚ ਕੇ ਲਿਖਦਾ ਕਵਿਤਾ, ਨਹੀਂ, ਆਈ ਗਈ ਉਹ ਲਿਖੀ ਗਏ, ਜਿਵੇਂ ਆਈ ਗਿਆ ਉਵੇਂ ਲਿਖੀ ਗਏ ਉਹ। ਇਸ ਲਈ ਤਾਂ ਸਾਰੇ ਰੱਬੀ ਬੋਲ ਨੇ। ਇਹ ਰੱਬੀ ਬੋਲਾਂ 'ਤੇ ਕਿਸੇ ਪ੍ਰਕਾਰ ਦਾ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ, ਆਪਣੇ ਨੁਕਸਾਨ ਕਰਨਾ। ਉਹ ਕਹਿੰਦੇ ਹਰ ਧਿਆਵੇਂ ਤੁਝੀ, ਸੇ ਜਨ ਜੁਗ ਮੈਂ ਸੁਖ ਵਾਸੀ। ਹੇ ਪਰਮਾਤਮਾ, ਜਿਹੜੇ ਤੈਨੂੰ ਧਿਆਉਂਦੇ ਹਨ ਉਹ ਇਸ ਸੰਸਾਰ 'ਚ ਸੁਖੀ ਵਸਦੇ ਹਨ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਂਸੀ। ਇਹਨੂੰ ਫਾਂਸੀ ਨਹੀਂ ਪੈਣਾ, ਫਾਂਸੀ ਹੁੰਦੀ, ਹਿੰਦੀ ਦਾ ਸ਼ਬਦ ਹੈ ਫਾਂਸ। ਫਾਂਸ ਹੁੰਦਾ ਰੱਸੀ, ਜਿਹਦੇ ਵਿੱਚ ਜਿਹੜਾ ਗੋਲ ਗਲੇ 'ਚ ਪਾ ਲਈ ਜਾਂਦੀ ਹੈ। ਆਪਾਂ ਆਮ ਹੀ ਕਹਿੰਦੇ ਹਾਂ ਫਲਾਣੇ ਨੂੰ ਫਾਂਸੀ ਹੋ ਗਈ ਹੈ ਜੀ, ਇਹ ਨਹੀਂ ਕਹਿੰਦੇ ਫਲਾਣੇ ਫਾਂਸੀ ਹੋ ਗਈ ਹੈ। ਕੀ ਕਹਿੰਦੇ ਆਪਾਂ? ਫਲਾਣੇ ਨੂੰ ਫਾਂਸੀ ਹੋ ਗਈ ਹੈ। ਸੋ ਗੁਰੂ ਮਹਾਰਾਜ ਕਹਿੰਦੇ ਸੇ ਮੁਕਤ ਪਏ, ਉਹ ਮੁਕਤ ਹੋ ਗਏ, ਉਹ ਮੁਕਤ ਹੋ ਗਏ। ਕੌਣ? ਜਿਨ ਹਰ ਧਿਆਇਆ ਜੀ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹ ਮੁਕਤ ਹੋ ਗਏ। ਤਿੰਨ ਟੂਟੀ ਜਮ ਕੀ ਫਾਂਸੀ, ਉਹਨਾਂ ਜਮਾਂ ਦੀ ਫਾਹੀ ਵੀ ਟੁੱਟ ਗਈ। ਭਾਵ ਹੁਣ ਉਹ ਜਮਦੂਤ ਉਹਨੂੰ ਲੈਣ ਨਹੀਂ ਆਉਣਗੇ, ਕਿਉਂਕਿ ਜਦੋਂ ਜਮਦੂਤ ਲੈਣ ਆਉਂਦੇ ਨੇ, ਗੁਰਬਾਣੀ 'ਚ ਲਿਖਿਆ ਜਾਂ ਉਹਨਾਂ ਕੋਲ ਰੱਸੀ ਹੁੰਦੀ ਹੈ ਜਾਂ ਉਹਨਾਂ ਕੋਲ ਸੰਗਲ ਹੁੰਦਾ, ਉਹ ਗਲ 'ਚ ਪਾ ਲੈਂਦੇ। ਗਲ ਸੰਗਲ ਘੱਤ ਚਲਾਇਆ, ਗਲ 'ਚ ਸੰਗਲ ਪਾ ਕੇ ਅੱਗੇ ਲਾ ਲੈਂਦੇ ਨੇ। ਇੱਕ ਉਹਨਾਂ ਕੋਲ ਠੇਂਗਾ ਦਾ ਡੰਡਾ ਦਾ, ਜਿਹਦੇ ਨਾਲ ਕੁੱਟਦੇ ਲੈ ਜਾਂਦੇ ਨੇ। ਰਤੀ ਹੌਲਾ ਹੋਇਆ ਨਹੀਂ ਮਾਰੋ, ਡੰਡਾ ਮਾਰਨ ਚੱਲ ਤੇਜ਼ ਹੋ। ਹਾਂਜੀ, ਡੰਡਾ ਲੈਣ ਵੀ ਦੋ ਹੀ ਆਉਂਦੇ ਨੇ, ਇੱਕ ਅੱਗੋਂ ਫੜੀ ਜਾ, ਇੱਕ ਮਗਰੋਂ ਕੁੱਟੀ ਜਾਂਦਾ। ਗਲ 'ਚ ਪਾ ਲਿਆ ਸੰਗਲ, ਜਿਵੇਂ ਤੁਸੀਂ ਪਸ਼ੂ ਦੇ ਸੰਗਲ ਪਾ ਲਿਆ। ਜੇ ਇਕੱਲਾ ਬੰਦਾ ਹੈ ਤਾਂ ਅੱਗੇ ਉਹਨੂੰ ਫੜੀ ਜਾਏਗਾ ਪਸ਼ੂ ਨੂੰ, ਪਸ਼ੂ ਉਸਦਾ ਹੌਲੀ ਹੌਲੀ ਤੁਰੇ। ਜੇ ਦੋ ਨੇ, ਇੱਕ ਨੇ ਅੱਗੋਂ ਸੰਗਲ ਫੜਿਆ, ਦੂਜਾ ਮਗਰੋਂ ਕੁੱਟੀ ਜਾਂਦਾ ਵੀ ਛੇਤੀ ਚੱਲ। ਹਾਂ, ਇਸ ਲਈ ਦੋ ਆਉਂਦੇ ਨੇ। ਬਸ ਕੋਈ ਇੰਨੇ ਤਾਕਤਵਰ ਨੇ, ਦਾਰਾ ਪਹਿਲਵਾਨ ਦੇ ਵੀ ਕੋਈ ਦੇ ਕੇ ਪੇਸ਼ ਨਹੀਂ ਜਾਂਦੀ ਉਹਨਾਂ ਅੱਗੇ, ਇੰਨੇ ਤਾਕਤਵਰ ਹੁੰਦੇ ਨੇ ਉਹ।
ਕਿ ਦਾਰਾ ਪੈਲ ਬਣੇ ਸੰਸਾਰ ਦੇ ਲੋਕਾਂ ਨੂੰ ਢਾ ਲਿਆ, ਜਮਦੂਤਾਂ ਨਹੀਂ ਉਹ ਢਾ ਸਕਦਾ, ਉਹ ਇੰਨੇ ਤਾਕਤਵਰ ਹੁੰਦੇ ਨੇ। ਕਰੜੇ ਪਾਏ ਹੱਥ, ਉਹਨਾਂ ਦੇ ਹੱਥ ਹੀ ਬੜੇ ਤਗੜੇ ਨੇ। ਸੋ ਇਸ ਲਈ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ ਉਹ ਜਮਨ ਮਰਨ ਤੋਂ ਰਹਿਤ ਹੋ ਗਏ, ਜਮਾਂ ਦੀ ਫਾਂਸੀ ਉਹਨਾਂ ਦੀ ਟੁੱਟ ਗਈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੇ। ਨਿਰਭਉ ਬਿਨਾਂ ਡਰਦੇ, ਪਰਮਾਤਮਾ ਨਿਰਭਉ ਹੈ। ਤਾਂ ਗੁਰੂ ਨੇ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਉਹਦੇ ਅੰਦਰ ਹੌਲੀ ਹੌਲੀ ਸਭ ਪ੍ਰਕਾਰ ਦੇ ਡਰ ਖਤਮ ਹੋ ਜਾਂਦੇ ਹਨ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਜਿਨ੍ਹਾਂ ਨੇ ਉਸ ਨਿਰਭਉ ਪਰਮਾਤਮਾ ਨੂੰ ਧਿਆਇਆ, ਤਿਨ ਕਾ ਭਉ ਸਭ ਗਵਾਸੇ। ਪਰਮਾਤਮਾ ਨੇ ਸਾਰਾ ਡਰ ਹੀ ਖਤਮ ਕਰ ਦਿੰਦਾ ਹੈ। ਸਭ ਬਿਨੋਂ ਕੜੈ ਸਾਰਾ, ਹੁਣ ਦਾ ਸਾਰਾ ਡਰ ਖਤਮ ਕਰ ਦਿੰਦਾ ਹੈ। ਜਿਨ ਸੇਵਿਆ ਬਿਰ ਹਰਿ ਜੀ, ਤੇ ਹਰ ਹਰ ਰੂਪ ਸਮਸੀ। ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਤੇ ਹਰ ਹਰ ਰੂਪ ਸਮਸੀ, ਉਹ ਹਰੀ ਦਾ ਰੂਪ ਹੋ ਕੇ ਹਰੀ ਦੇ ਵਿੱਚ ਹੀ ਲੀਨ ਹੋ ਗਏ। ਕਿਉਂਕਿ ਹਰੀ 'ਚ ਰਲਣ ਲਈ ਜ਼ਰੂਰੀ ਹੈ ਪਹਿਲਾਂ ਸਾਨੂੰ ਉਹਦੇ ਵਰਗਾ ਹੋਣਾ ਪੈਂਦਾ, ਉਹਦਾ ਰੂਪ ਹੋਣਾ ਪੈਂਦਾ। ਬਾਹਰੋਂ ਅਸੀਂ ਅੱਡ ਹੀ ਰਹਾਂਗੇ। ਪਰਮਾਤਮਾ ਬਾਹਰੋਂ ਹੋਰ ਹੈ, ਅਸੀਂ ਹੋਰ ਹਾਂ, ਬਾਹਰੋਂ ਅੱਡ ਹੀ ਰਹਾਂਗੇ। ਦੋਏ ਮੂਰਤੀ ਕਹਿੰਦੇ ਏਕ ਜੋਤ ਦੋਏ ਮੂਰਤੀ, ਧਨ ਪਰ ਕਹੀਏ ਸੋਏ। ਪਤੀ ਪਤਨੀ ਉਹ ਨੇ ਜਿਹਨੇ ਦੇਖਣ ਨੂੰ ਤੇ ਦੋ ਨੇ, ਸਰੀਰ ਦੇ ਅੱਡ ਅੱਡ ਰਹਿਣਗੇ ਪਰ ਵਿਚਾਰ ਇੱਕ ਸਾਰ ਹੋ ਜਾਣ ਨੂੰ ਕਹਿੰਦੇ ਜੋਤ, ਏਕ ਜੋਤ। ਵਿਚਾਰ ਦੋਨਾਂ ਜਦੋਂ ਇੱਕ ਸਾਰ ਹੋ ਜਾਣਗੇ, ਅਸਲ 'ਚ ਪਤੀ ਪਤਨੀ ਉਹ ਨੇ। ਇਸੇ ਤਰ੍ਹਾਂ ਹੀ ਪਰਮਾਤਮਾ ਦਾ ਭਗਤ ਅਤੇ ਪਰਮਾਤਮਾ ਦੇ ਜਦੋਂ ਵਿਚਾਰ ਇੱਕੋ ਜਿਹੇ ਹੋ ਜਾਣਗੇ, ਫਿਰ ਪਰਮਾਤਮਾ ਦੇ ਭਗਤ 'ਚ ਕੋਈ ਫਰਕ ਨਹੀਂ ਰਹਿੰਦਾ। ਸਮਾਂ ਪਾ ਕੇ ਭਗਤ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ, ਕਿਉਂਕਿ ਇੱਕੋ ਜਿਹੇ ਹੋ ਗਏ। ਇੱਕੋ ਜਿਹਾ ਦਾ ਹੀ ਮੇਲ ਹੁੰਦਾ, ਗੁਣਾਂ ਦਾ ਮੇਲ ਹੁੰਦਾ, ਸਰੀਰਾਂ ਦਾ ਨਹੀਂ ਹੁੰਦਾ। ਮੈਂ ਜਦੋਂ B.Ed ਕਰਦਾ ਸੀ, ਉਹ ਨਾਲ JPT ਕਲਾਸ ਵੀ ਸੀ। ਇੱਕ B.Ed ਦੀ ਕੁੜੀ ਸੀ, ਇੱਕ JPT ਦੀ ਕੁੜੀ ਸੀ। JPT ਦੀ ਕੁੜੀ ਅਤੀ ਕਾਲੀ ਕਾਲੀ ਸ਼ਾਹ ਪੁੱਠੇ ਤਵੇ ਵਰਗੀ, ਜਿਹੜੀ B.Ed ਲੜਕੀ ਸੀ ਅਤੀ ਗੋਰੀ ਗੋਰੀ ਨਿਸ਼ੋ। ਪਰ ਉਹ ਸਾਲ ਸਾਡਾ ਟ੍ਰੇਨਿੰਗ ਸੀ, ਸਾਲ ਭਰ ਅਸੀਂ ਉਹਨਾਂ ਦਾ ਨਾਂ ਹੀ ਰੱਖ ਲਿਆ ਧੁੱਪ ਛਾਂ। ਉਹ ਹਮੇਸ਼ਾ ਹੀ ਇਕੱਠੀਆਂ ਰਹਿੰਦੀਆਂ ਸਨ। ਕਿਉਂ? ਅੰਦਰੋਂ ਵਿਚਾਰ ਮਿਲ ਗਏ, ਅੰਦਰੋਂ ਸੁਭਾਅ ਮਿਲ ਗਏ ਨੇ। ਬਾਹਰੋਂ ਸ਼ਕਲ ਸੂਰਤ ਬਿਲਕੁਲ ਵਿਰੋਧੀ ਹੈ। ਇੱਕ ਪੁੱਠੇ ਤਵੇ ਵਰਗੀ ਹੈ, ਇੱਕ ਗੋਰੀ ਨਿਸ਼ੋ ਹੈ। ਇਸ ਲਈ ਉਹ ਧੁੱਪ ਛਾਂ ਜਾ ਕੇ ਉਹਨਾਂ ਦਾ ਨਾਂ ਰੱਖ ਲਿਆ। ਪਰ ਜਦੋਂ ਵੀ ਅਸੀਂ ਸਾਲ ਭਰ ਉਹਨੂੰ ਵੇਖਦੇ ਰਹਿਣਾ, ਇਕੱਠੇ ਹੀ ਰਹਿਣਾ। ਇਹਦਾ ਮਤਲਬ ਇੰਨਾ ਸੁਭਾਅ ਆਪਸ 'ਚ ਮਿਲਦਾ ਸੀ। ਇਸ ਲਈ ਸਰੀਰ ਅੱਡ ਅੱਡ ਹੀ ਰਹਿਣਗੇ, ਜਦੋਂ ਸੁਭਾਅ ਇੱਕਸਾਰ ਹੋ ਗਏ ਫਿਰ ਹੀ ਅਸਲ ਜਾ ਕੇ ਮੇਲ ਹੁੰਦਾ ਹੈ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਧਨ ਹਨ, ਉਹ ਧਨ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ। ਜਨ ਨਾਨਕ ਤਿਨ ਬਲ ਜਾਸੀ। ਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਨਾਮ ਜਪਿਆ। ਅੱਗੇ ਕਹਿੰਦੇ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰੈਂ ਹਰ ਪੂਜਾ ਜੀ, ਤਪ ਤਾਪੈਂ ਜਪੈਂ ਬੇਅੰਤਾ। ਤੇਰੇ ਅਨੇਕ ਪੜ੍ਹੈਂ ਬਹੁਤ ਸਿਮਰਤ ਸਾਸਤ ਜੀ। ਸ਼ਾਸਤ ਪਹਿਲੇ ਸੱਸੇ ਪੈਰ ਬਿੰਦੀ ਲਾ ਕੇ ਬੋਲਣਾ, ਪੂਰਾ ਸ਼ਬਦ ਹੈ ਸ਼ਾਸਤਰ, ਉਸ ਤੋਂ ਬਣਾ ਸ਼ਾਸਤ ਛੋਟਾ। ਬਹੁਤ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ।
ਤੇਰੀ ਭਗਤ ਤੱਤੇ ਨੂੰ ਸਿਆਰੀ ਲੱਗੇ ਭਾ ਭਗਤੀ। ਗੁਰਬਾਣੀ ਦੇ ਨਿਯਮਾਂ ਅਨੁਸਾਰ ਅਖੀਰਲੇ ਜਿਹੜੇ ਤੱਤੇ ਨੂੰ ਸਿਆਰੀ ਉਹ ਨਹੀਂ ਬੋਲਦੀ, ਇਸ ਲਈ ਆਪਾਂ ਬੋਲਦੇ ਹਾਂ ਭਗਤ, ਕਿਉਂਕਿ ਅਖੀਰਲੀ ਸਿਆਰੀ ਤੇ ਹਾ ਹੈ ਅਤੇ ਈੜੀ ਨਾਲ ਬੋਲਦੀ ਹੈ, ਬਾਕੀ ਕਿਸੇ ਨਾਲ ਨਹੀਂ ਬੋਲਦੇ। ਇਸ ਲਈ ਹੈਗਾ ਭਗਤੀ ਇਸਤਰੀ ਲਿੰਗੀ, ਤਾਂ ਹੀ ਕਿ ਨਾ ਤੇਰੀ ਬੋਲਣ ਭਗਤ ਪੜ੍ਹਦੇ ਹਾਂ, ਭਗਤ ਤਾਂ ਐਂ ਲੱਗੋ ਜੇ ਪੁਲਿੰਗ ਹੈ, ਪਰ ਤੱਤੇ ਨੂੰ ਸਿਆਰੀ ਲੱਗੀ ਉਹਨੂੰ ਕਰਕੇ ਇਸਤਰੀ ਲਿੰਗ ਹੈ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਹੈ ਪਰਮਾਤਮਾ, ਤੇਰੀ ਭਗਤੀ ਦੇ ਬੇਅੰਤ ਭੰਡਾਰ ਭਰੇ ਹੋਏ ਹਨ। ਕੋਈ ਭਗਤੀ ਦਾਤ ਮੰਗੇ ਦਾਤੇ ਤੋਂ, ਉਹਦੇ ਬੜੇ ਭੰਡਾਰ ਭਰੇ ਨੂੰ, ਆਪਣੇ ਭੰਡਾਰਾਂ 'ਚੋਂ ਦਾਤ ਦੇ ਦੇਗਾ। ਪਰ ਭਗਤੀ ਦਾਤ ਤੇ ਕੋਈ ਮੰਗਦਾ ਹੀ ਨਹੀਂ, ਕੋਈ ਪੁੱਤਰ, ਕੋਈ ਧੀ, ਕੋਈ ਵਿਆਹ, ਕੋਈ ਫਲਾਣਾ, ਕੋਈ ਨੌਕਰੀ, ਕੋਈ ਪ੍ਰਮੋਸ਼ਨ, ਕੋਈ ਰੁਪਇਆ, ਕੋਈ ਕੋਠੀ, ਕੋਈ ਕਾਰ, ਇਸ ਤਰ੍ਹਾਂ ਮੰਗਦੇ ਰਹਿੰਦੇ ਅਸੀਂ, ਕਿਉਂਕਿ ਅਸੀਂ ਅਜੇ ਸਧਾਰਨ ਮੰਗਤੇ ਹਾਂ, ਅਸੀਂ ਅਜੇ ਅਗਿਆਨੀ ਮੰਗਤੇ ਹਾਂ, ਅਸੀਂ ਜਵਾਕ ਮੰਗਤੇ ਹਾਂ। ਜਵਾਕ ਨੇ ਛਣਕਣਾ ਦੇ ਦਿਓ, ਗੁੱਡੀਆਂ ਪਟੋਲਿਆਂ ਨਾਲ ਖੇਡੀ ਜਾਂਦਾ। ਹਾਂਜੀ, ਅਜੇ ਸਾਡੀ ਸੋਚ ਗੁੱਡੀਆਂ ਪਟੋਲਿਆਂ 'ਤੇ ਹੀ ਖੜ੍ਹੀ ਹੈ, ਅਜੇ ਸਾਡੀ ਸੋਚ ਉੱਚੀ ਹੀ ਨਹੀਂ ਹੋਈ, ਅਜੇ ਅਸੀਂ ਆਹ ਚੀਜ਼ਾਂ ਮੰਗਣ 'ਤੇ ਲੱਗੇ ਹੋਏ ਹਾਂ। ਬਾਣੀ ਜਦੋਂ ਧਿਆਨ ਨਾਲ ਬੰਦਾ ਪੜ੍ਹਦਾ ਫਿਰ ਪਤਾ ਲੱਗਦਾ ਉਹ ਤੁਸੀਂ ਦਾਤੇ ਨੂੰ ਮੰਗ ਲਓ, ਆ ਤਾਂ ਆਪਣੇ ਆਪ ਹੀ ਤੁਹਾਡੇ ਕੋਲ ਆ ਜਾਣਾ ਹੈ। ਇੱਕ ਬੱਚਾ, ਕਿਸੇ ਬੱਚੇ ਨੂੰ ਕਿਸੇ ਬਹੁਤ ਅਮੀਰ ਬੰਦੇ ਨੇ ਅਡੋਪਟ ਕਰ ਲਿਆ, ਗੋਦ ਲੈ ਲਿਆ। ਜਦੋਂ ਘਰ ਲੈ ਕੇ ਜਾਏਗਾ, ਪਹਿਲਾਂ ਤਾਂ ਲੈ ਕੇ ਉਹਨੂੰ ਵੱਡੀ ਸਾਰੀ ਕਾਰ 'ਚ ਜਾਏਗਾ, ਪਹਿਲਾਂ ਹੀ ਖਿਡੌਣੇ ਕਾਰ 'ਚ ਰੱਖੇ ਹੋਣਗੇ। ਹਾਂਜੀ, ਕਾਰ ਸ਼ਿੰਗਾਰੀ ਹੋਏਗੀ ਜਿਵੇਂ ਕਿਸੇ ਦੁਲਹਨ ਨੂੰ ਲੈ ਕੇ ਜਾਣਾ ਹੈ। ਮੈਂ ਦੇਖਿਆ ਕਈ ਵੀਰਾਂ ਨੂੰ ਜਦੋਂ ਬੱਚਾ ਗੋਦ ਲੈਂਦੇ ਨੇ ਐਂ ਕਾਰ ਸਜਾ ਕੇ ਲਿਆਉਂਦੇ ਨੇ, ਵਿੱਚ ਹੀ ਖਿਡੌਣੇ ਵੀ ਰੱਖੇ ਹੁੰਦੇ ਨੇ, ਨੌਕਰਾਣੀ ਵੀ ਵਿੱਚ ਹੀ ਬੈਠੀ ਹੁੰਦੀ ਹੈ। ਬੱਚੇ ਲੈ ਕੇ ਜਾਣੇ, ਉਹ ਕਰੋੜਪਤੀਆਂ ਦੇ ਘਰ ਗਿਆ, ਵੱਡੀ ਸਾਰੀ ਕੋਠੀ, ਨੌਕਰ ਚਾਕਰ, ਖਾਣ ਪੀਣ ਪਹਿਨਣ ਦੀ ਕੋਈ ਕਮੀ ਨਹੀਂ। ਪੈਦਾ ਅਤ ਗਰੀਬ ਦੇ ਹੋਇਆ, ਉਹ ਜ਼ਿੰਦਗੀ ਦਾ ਆਨੰਦ ਅਮੀਰ ਦੇ ਘਰ ਜਾ ਕੇ ਮਾਣਿਆ ਹੋਇਆ। ਇਹ ਤਾਂ ਭੰਡਾਰ ਨੇ ਦਾਤੇ ਦੇ। ਇਸੇ ਤਰ੍ਹਾਂ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ। ਹੇ ਪਰਮਾਤਮਾ, ਤੇਰੀ ਭਗਤੀ ਦੇ ਤਾਂ ਬੇਅੰਤ ਭੰਡਾਰੇ ਭਰੇ ਹੋਏ ਹਨ। ਤੇਰੇ ਭਗਤ ਸਲਾਹਣ ਤੁਝੀ ਹਰ ਅਨੇਕ ਅਨੰਤ। ਤੇਰੇ ਅਨੇਕਾਂ ਹੀ ਭਗਤ ਨੇ ਜਿਨ੍ਹਾਂ ਦੇ ਕੋਈ ਅਨੰਤ ਹੈ, ਜਿਨ੍ਹਾਂ ਦੇ ਕੋਈ ਅੰਤ ਹੀ ਨਹੀਂ ਹੈ, ਜਿਨ੍ਹਾਂ ਦੀ ਗਿਣਤੀ ਦਾ ਕੋਈ ਅੰਤ ਹੀ ਨਹੀਂ। ਤੇਰੇ ਅਨੇਕਾਂ ਭਗਤ ਨੇ ਜਿਹੜੇ ਤੇਰੀ ਸਿਫਤ ਸਲਾਹ ਕਰਦੇ ਹਨ। ਤੇਰੇ ਭਗਤ ਸਲਾਹਣ ਤੁਝੀ। ਹੇ ਬੇਅੰਤ ਪ੍ਰਭੂ, ਤੇਰੇ ਅਨੇਕਾਂ ਹੀ ਭਗਤ ਨੇ ਜਿਹੜੇ ਤੇਰੀ ਭਜਨ ਬੰਦਗੀ ਕਰਦੇ, ਤੇਰੀ ਸਿਫਤ ਸਲਾਹ ਕਰਦੇ ਹਨ। ਤੇਰੀ ਅਨਕ ਕਰੇ ਹਰ ਪੂਜਾ ਜੀ। ਅਨਕ ਮੈਨੇ ਅਨੇਕਾਂ ਹੀ ਤੇਰੀ ਪੂਜਾ ਕਰਦੇ ਹਨ, ਭਾਵ ਤੇਰਾ ਸਿਮਰਨ ਕਰਦੇ ਹਨ। ਕਿਉਂਕਿ ਪਰਮਾਤਮਾ ਦੀ ਪੂਜਾ ਉਹਦਾ ਸਿਮਰਨ ਹੈ। ਕਿਉਂਕਿ ਜਿਹੜੀ ਚੀਜ਼ ਸਾਹਮਣੇ ਦਿਸਦੀ ਉਹਦੀ ਪੂਜਾ ਦੇ ਕਈ ਤਰੀਕੇ ਦੀ ਹੋ ਸਕਦੀ ਹੈ, ਪਰ ਜਿਹੜੀ ਚੀਜ਼ ਦਿਸ ਨਹੀਂ ਰਹੀ ਉਹਨੂੰ ਯਾਦ ਹੀ ਕੀਤਾ ਜਾ ਸਕਦਾ ਹੈ, ਉਹਦਾ ਸਿਮਰਨ ਹੈ। ਤੇਰੀ ਅਨਕ ਕਰੇ ਹਰ ਪੂਜਾ ਜੀ। ਹੇ ਪਰਮਾਤਮਾ, ਅਨੇਕਾਂ ਲੋਕ ਤੇਰੀ ਪੂਜਾ ਕਰਦੇ ਹਨ। ਤਪ ਤਾਪੈ ਜਪੈ ਬੇਅੰਤ। ਉਹ ਤਪੱਸਿਆ ਕਰਦੇ ਨੇ। ਬੇਅੰਤ ਲੋਕ ਨੇ ਜਿਹੜੇ ਤੇਰਾ ਨਾਮ ਜਪਦੇ ਨੇ, ਤੇਰੀ ਪ੍ਰਾਪਤੀ ਲਈ ਤਪੱਸਿਆ ਕਰਦੇ ਹਨ। ਤਪ ਤਾਪੈ। ਪੁਰਾਣੇ ਜ਼ਮਾਨੇ 'ਚ ਨਾ ਪ੍ਰੇਮਾ ਭਗਤੀ ਨਹੀਂ ਸੀ ਹੁੰਦੀ, ਤਪੱਸਿਆ ਹੁੰਦੀ ਸੀ। ਇਹ ਖਿਆਲ ਕੀਤਾ ਜਾਂਦਾ ਸੀ ਕਿ ਮਨ ਨੂੰ ਕੰਟਰੋਲ ਕਰਨ ਲਈ ਪਹਿਲਾਂ ਸਰੀਰ ਨੂੰ ਦੁਖੀ ਕਰੋ। ਇਸ ਲਈ ਕੋਈ ਇੱਕ ਲੱਤ 'ਤੇ ਖੜ੍ਹਾ ਹੈ, ਕੋਈ ਪੁੱਠਾ ਲਟਕ ਰਿਹਾ ਹੈ, ਕੋਈ ਧੁੱਪੇ ਖੜ੍ਹਾ ਹੈ, ਕੋਈ 100 ਕੜਾ ਠੰਡੇ ਪਾਣੀ ਦਾ ਜਲ ਤੇਰਾ ਸਿਰ 'ਤੇ ਪਾ ਰਿਹਾ ਹੈ, ਕੋਈ ਕੁਛ ਭੁੱਖਾ ਰਹਿ ਰਿਹਾ ਹੈ। ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦਿੰਦੇ ਸਨ। ਗੁਰੂ ਮਹਾਰਾਜ ਤੇ ਭਗਤ ਜਦੋਂ ਇਸ ਸੰਸਾਰ 'ਚ ਆਏ, ਕਹਿੰਦੇ ਭਲਿਓ ਮਾਨਸ, ਜਿਹਦਾ ਕਸੂਰ ਹੋਵੇ ਸਜ਼ਾ ਉਸ ਨੂੰ ਦੇਣੀ ਚਾਹੀਦੀ ਹੈ। ਜੋ ਤੁਹਾਡੇ ਤੋਂ ਚੰਗਾ ਮੰਦਾ ਕਰਵਾ ਰਿਹਾ ਹੈ, ਇਹ ਤਾਂ ਤੁਹਾਡਾ ਮਨ ਕਰਵਾ ਰਿਹਾ ਹੈ। ਕਸੂਰ ਤਾਂ ਮਨ ਦਾ ਹੈ,
ਤੁਸੀਂ ਸਜ਼ਾ ਸਰੀਰ ਨੂੰ ਦੇਈ ਜਾਂਦੇ ਹੋ। ਜਿਹਦਾ ਕਸੂਰ ਹੋਵੇ ਸਜ਼ਾ ਉਸੇ ਨੂੰ ਦੇਣੀ ਚਾਹੀਦੀ ਹੈ। ਕਸੂਰ ਦੇ ਮਨ ਦਾ, ਜੋ ਵੀ ਸਾਡੇ ਤੋਂ ਚੰਗਾ ਮੰਦਾ ਕਰਵਾ ਰਿਹਾ ਸਾਡਾ ਮਨ ਕਰਵਾ ਰਿਹਾ। ਸਰੀਰ ਤੇ ਵਿਚਾਰਾ ਮਨ ਦੇ ਆਖੇ ਲੱਗਾ। ਤਾਂ ਹੀ ਕਹਿੰਦੇ ਨੇ ਮਨ ਜਿਹੜਾ ਡਰਾਈਵਰ ਹੁੰਦਾ ਹੈ, ਸਰੀਰ ਗੱਡੀ ਹੈ। ਡਰਾਈਵਰ ਦੀ ਮਰਜ਼ੀ ਹੈ, ਗੱਡੀ ਨੂੰ ਥਾਣੇ ਲੈ, ਗੱਡੀ ਨੂੰ ਜਿਹੜਾ ਗੁਰਦੁਆਰੇ ਲੈ ਆਵੇ, ਚਾਹੇ ਗੱਡੀ ਨੂੰ ਜਿਹੜਾ ਸ਼ਰਾਬਖਾਨੇ ਲੈ ਜਾਵੇ। ਇਹ ਮਨ ਹੈ। ਮਨ ਤੁਹਾਨੂੰ ਐਕਚੁਅਲੀ ਜਿਹੜਾ ਮਨ ਨੇ ਸਰੀਰ ਨੂੰ ਕਿਹਾ ਚੱਲ ਵੀ ਸਤਸੰਗ 'ਚ ਟਾਈਮ ਹੋ ਰਿਹਾ, ਸਰੀਰ ਆ ਗਿਆ। ਜੇ ਮਨ ਕਹਿੰਦੇ ਨਹੀਂ ਨਹੀਂ ਯਾਰ ਬੈਠੇ ਰਜਾਈ 'ਚ ਕਿਹੜਾ ਜਾਊਗਾ ਨਹੀਂ ਠੰਡ 'ਚ, ਇੰਨੀ ਕਹਿਣਾ ਸੀ। ਸਰੀਰ ਬੈਠੇ, ਸਰੀਰ ਬੈਠਾ। ਮਨ ਨੇ ਕਿਹਾ ਚੱਲ ਬਈ, ਉਹ ਕਹੇ ਚਲੋ ਜੀ, ਗੱਡੀ ਨਾ ਨਹੀਂ ਕਰਦੀ, ਕਰੋ ਸਟਾਰਟ ਲੈ। ਇਸ ਲਈ ਜੋ ਕੁਛ ਵੀ ਅਸੀਂ ਚੰਗਾ ਮੰਦਾ ਕਰਦੇ ਹਾਂ ਇਹ ਸਾਡੇ ਤੋਂ ਮਨ ਕਰਵਾਉਂਦਾ ਹੈ। ਇਸ ਲਈ ਉਹਨਾਂ ਕਿਹਾ ਤੁਸੀਂ ਜਿਹੜਾ ਪਰਮਾਤਮਾ ਦਾ ਨਾਮ ਜਪੋ ਇਸ ਮਨ ਨਾਲ, ਇਸ ਮਨ ਨਾਲ ਤੁਸੀਂ ਕਰਮ ਕਰੋ, ਆਪੇ ਸਭ ਕੁਝ ਠੀਕ ਹੋ ਜਾਏਗਾ। ਸਰੀਰ ਨੂੰ ਤੰਗ ਕਰਨ ਦੀ ਲੋੜ ਨਹੀਂ, ਸਰੀਰ ਨੂੰ ਦੁਖੀ ਕਰਨ ਦੀ ਲੋੜ ਨਹੀਂ। ਇਸ ਲਈ ਫਿਰ ਜਦੋਂ ਭਗਤ ਆਏ, ਗੁਰੂ ਮਹਾਰਾਜ ਆਏ, ਉਸ ਤੋਂ ਬਾਅਦ ਭਜਨ ਬੰਦਗੀ ਸੌਖੀ ਹੋ ਗਈ। ਕੋਈ ਘਰ ਬਾਰ ਛੱਡਣ ਦੀ ਲੋੜ ਨਹੀਂ, ਕੋਈ ਜੰਗਲਾਂ ਜਾਣ ਦੀ ਲੋੜ, ਕੋਈ ਪਹਾੜਾਂ ਦੀ ਗੁਫਾਵਾਂ 'ਚ ਬੈਠਣ ਦੀ ਲੋੜ। ਤੇਰੇ ਭਗਤ ਸਲਾਹਣ ਤੁਜੀ ਹਰ ਅਨੇਕ ਅਨੇਕ ਅਨੰਤ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਜਪੈ ਬੇਅੰਤ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤ ਜੀ। ਕਿੰਨੇ ਹੀ ਲੋਕ ਨੇ ਜਿਹੜੇ ਸਿਮਰਤੀਆਂ ਅਤੇ ਸ਼ਾਸਤਰ ਪੜ੍ਹ ਰਹੇ ਹਨ। ਹਿੰਦੂ ਧਰਮ ਅਨੁਸਾਰ 27 ਸਿਮਰਤੀਆਂ ਨੇ ਅਤੇ 6 ਉਹਨਾਂ ਦੇ ਸ਼ਾਸਤਰ ਨੇ। ਕਿੰਨੇ ਹੀ ਨੇ, ਅਨੇਕਾਂ ਲੋਕ ਨੇ ਜਿਹੜੇ ਸਿਮਰਤੀਆਂ ਅਤੇ ਸ਼ਾਸਤਰਾਂ ਦਾ ਪਾਠ ਕਰਦੇ ਨੇ। ਕਰ ਕਿਰਿਆ ਖਟ ਕਰਮ ਕਰੰਤ। ਕਈ ਪ੍ਰਕਾਰ ਦੀ ਕਿਰਿਆ ਕਰਦੇ ਨੇ ਧਾਰਮਿਕ। ਖਟ ਹੁੰਦਾ 6 ਪ੍ਰਕਾਰ ਦੇ ਕਰਮ ਕਰਦੇ ਨੇ। ਬ੍ਰਾਹਮਣਾਂ ਲਈ 6 ਪ੍ਰਕਾਰ ਦੇ ਕਰਮ ਨਿਸ਼ਚਿਤ ਨੇ। ਪਾਠ ਕਰਨਾ, ਪਾਠ ਕਰਾਉਣਾ, ਯੱਗ ਕਰਨਾ, ਯੱਗ ਕਰਾਉਣਾ, ਦਾਨ ਦੇਣਾ, ਦਾਨ ਲੈਣਾ। ਇਹ 6 ਕਰਮ ਨੇ, ਜਿਹਨੂੰ ਕਹਿੰਦੇ ਖਟ ਕਰਮ। ਪਾਠ ਕਰਨਾ, ਪਾਠ ਕਰਾਉਣਾ, ਦਾਨ ਲੈਣਾ, ਦਾਨ ਦੇਣਾ, ਯੱਗ ਕਰਨਾ, ਯੱਗ ਕਰਾਉਣਾ। ਇਹ 6 ਕਰਮ ਵੀ ਕਰਦੇ ਨੇ। ਹੋਰ ਕਿੰਨੀਆਂ ਹੀ ਕਿਰਿਆਵਾਂ ਧਾਰਮਿਕ ਕਰਦੇ ਹਨ। ਕਿੰਨੇ ਹੀ ਲੋਕ ਨੇ ਜਿਹੜੇ ਤੇਰੇ ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹ ਰਹੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤ। ਅਸਲ ਭਗਤ ਉਹੀ ਭਲੇ ਨੇ ਜਿਹੜੇ ਮੇਰੇ ਪਰਮਾਤਮਾ ਨੂੰ ਚੰਗੇ ਲੱਗਦੇ ਹਨ। ਭਜਨ ਬੰਦਗੀ ਤੇ ਕਈ ਲੋਕ ਕਰਦੇ ਨੇ, ਪਰ ਪਰਮਾਤਮਾ ਦੀ ਨਜ਼ਰਾਂ 'ਚ ਕਿਹੜਾ ਪ੍ਰਵਾਨ ਹੁੰਦਾ ਹੈ? ਬਸ ਉਹ ਭਗਤ ਹੋ ਜਾਂਦਾ, ਹੋਰ ਕੀ ਹੈ? ਉਹ ਸੰਤ ਹੋ ਜਾਂਦਾ। ਭਜਨ ਬੰਦਗੀ ਤਾਂ ਬੜੀ ਦੁਨੀਆ ਕਰਦੀ ਹੈ, ਪਰ ਜਿਹੜਾ ਪਰਮਾਤਮਾ ਦੀ ਨਜ਼ਰਾਂ 'ਚ ਪ੍ਰਵਾਨ ਹੋ ਗਿਆ ਉਹ ਸੰਤ ਹੋ ਗਿਆ, ਉਹ ਭਗਤ ਹੋ ਗਿਆ। ਉਹਦੀ ਨਜ਼ਰਾਂ ਪ੍ਰਵਾਨ ਹੋਣਾ ਵੀ ਜ਼ਰੂਰੀ ਹੈ। ਉਹ ਵੇਖਦਾ ਕਿ ਦਿਲੋਂ ਰਾਮ ਰਾਮ ਕਰ ਰਿਹਾ, ਕਿ ਦਿਲੋਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਕਿ ਮੇਰੇ ਲਈ ਕਰ ਰਿਹਾ, ਕਿ ਸੰਸਾਰ ਦੀ ਕੋਈ ਚੀਜ਼ ਲੈਣ ਲਈ ਕਰ ਰਿਹਾ। ਕੀ ਪਾਠ ਸੰਸਾਰ ਦੀ ਚੀਜ਼ ਲੈਣ ਲਈ ਕਰ ਰਿਹਾ ਕਿ ਮੇਰੇ ਲਈ ਕਰ ਰਿਹਾ? ਤੁਸੀਂ ਨਿਤਨੇਮ ਕੀਤਾ, ਅਰਦਾਸ ਕਰੋ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਨਿਤਨੇਮ ਹੋਇਆ, ਇਸ ਨਿਤਨੇਮ ਨੂੰ ਆਪਣੇ ਚਰਨਾਂ 'ਚ ਜਿਹੜਾ ਪ੍ਰਵਾਨ ਕਰੋ, ਆਪਣੇ ਦਰ 'ਤੇ ਪ੍ਰਵਾਨ ਕਰੋ। ਜਿਹੜਾ ਪਾਠ ਅਸੀਂ ਕਰਨ ਤੋਂ ਬਾਅਦ ਗੁਰੂ ਮਹਾਰਾਜ ਕਰਨਾ, ਆਪਣੇ ਦਰ 'ਤੇ ਪ੍ਰਵਾਨ ਕਰੋ। ਉਹ ਤੁਹਾਡੇ ਲਿਖਿਆ ਗਿਆ, ਇਹਦੇ ਵਿੱਚ ਤੁਸੀਂ ਪਰਮਾਤਮਾ ਲਈ ਕੀਤਾ। ਉਹਨੂੰ ਕਹਿੰਦੇ ਨਾਮ ਧਨ। ਜਿਹੜਾ ਆਪਣੇ ਲਈ ਕੀਤਾ ਪਾਠ ਕਰ, ਮੇਰਾ ਅਰਦਾਸ ਕਰ ਤੇ ਸੱਚੇ ਆ ਦੇ, ਉਹ ਨਾਮ ਧਨ ਨਹੀਂ ਹੁੰਦਾ। ਉਹ ਤਾਂ ਖਰਚ ਹੋ ਗਿਆ, ਉਹ ਤਾਂ ਖਰਚ ਹੋ ਗਿਆ। ਜਿਸ ਦੇ ਬਦਲੇ ਤੁਸੀਂ ਕੋਈ ਚੀਜ਼ ਨਹੀਂ ਮੰਗੋਗੇ, ਉਹ ਸੱਚਖੰਡ 'ਚ ਜਾ ਕੇ ਤੁਹਾਡਾ ਪਾਠ ਸਿਮਰਨ ਪ੍ਰਵਾਨ ਹੁੰਦਾ, ਉੱਥੇ ਜਮ੍ਹਾਂ ਹੋਈ ਜਾਏਗਾ। ਉਹ ਤੁਹਾਡਾ ਨਾਮ ਧਨ ਹੋਏਗਾ। ਉਹ ਫਿਰ ਤੁਹਾਡਾ ਲੋਕ ਅਤੇ ਪਰਲੋਕ ਸਹਾਇਤਾ ਕਰੇਗਾ। ਅਤੇ ਜੇ ਸਾਰੀ ਉਮਰ ਮੰਗ ਕੇ ਹੀ ਗੁਜ਼ਾਰਤੀ ਅਤੇ ਕੋਈ ਕੀਤੇ ਨਹੀਂ ਬਿਨਾਂ ਮੰਗੇ ਹੋਏ, ਉਹ ਤਾਂ ਗਿਆ, ਉਹ ਤਾਂ ਖਾਲੀ ਚਲੇ ਗਏ। ਨਹੀਂ ਜੀ ਮੈਂ ਤਾਂ ਸਾਰੀ ਉਮਰ ਪੜ੍ਹ ਕੇ, ਉਹ ਤਾਂ ਕਹਿੰਦਾ ਤੂੰ ਆਪਣੇ ਲਈ ਕੀਤਾ, ਉਹ ਤਾਂ ਆਪਣੇ ਲਈ ਕੀਤਾ, ਉਹ ਤਾਂ ਤੇਰਾ ਖਰਚ ਹੋ ਗਿਆ, ਤੇਰੇ ਕੋਲ ਤਾਂ ਕੁਛ ਨਹੀਂ। ਜੇ ਮੈਂ ਮੰਨ ਲਓ ਮੈਨੂੰ
45,000 ਪੈਨਸ਼ਨ ਮਿਲਦੀ ਹੈ, ਮੈਂ 45 ਦੇ 45,000 ਹੀ ਖਰਚ ਕਰ ਦਿੰਦਾ, ਫਿਰ ਮੇਰਾ ਬੈਂਕ ਬੈਲੈਂਸ ਤਾਂ ਰਿਹਾ ਹੀ ਨਾ। ਜੇ ਮੈਂ 1,000 ਵੀ ਛੱਡ ਦਿੰਦਾ ਹਰ ਮਹੀਨੇ ਉੱਤੇ, ਉਹ ਜਮ੍ਹਾਂ ਹੋਣਾ ਸ਼ੁਰੂ ਹੋ ਜਾਏਗਾ, ਕੁਝ ਮੇਰਾ ਹੋ ਜਾਏਗਾ। ਜੇ ਅਸੀਂ ਜਿੰਨੀ ਭਜਨਬੰਦੀ ਕੀਤੀ, ਸਾਰੇ ਦੇ ਬਦਲੇ ਕੁਝ ਸੰਸਾਰਿਕ ਚੀਜ਼ ਮੰਗ ਲਈ, ਅਸੀਂ ਤਾਂ ਉੱਤੇ ਖਾਲੀ ਜਾਵਾਂਗੇ। ਕਹੀ ਜਾਓ ਜੀ ਮੈਂ ਤਾਂ ਸਾਰੀ ਉਮਰ ਲੱਗਾ ਰਿਹਾ ਸੀ, ਉਹ ਕਹਿੰਦਾ ਤੂੰ ਆਪਣੇ ਲਈ ਲੱਗਾ ਰਿਹਾ ਸੀ, ਸਾਡੇ ਲਈ ਕੀ ਕੀਤਾ ਤੂੰ? ਆਪਣੇ ਲਈ ਕੀਤਾ, ਆਪਣੇ ਟੱਬਰ ਨੂੰ ਪਾਲ ਲਿਆ, ਆਪਣਾ ਭਾਈ ਤਾਂ ਹਰ ਸਾਰੀ ਦੁਨੀਆ ਕਰਦੀ ਹੈ ਭਾਈ। ਲੋਕ ਕਿਹਦੀ ਕਦਰ ਕਰਦੇ? ਜਿਹੜਾ ਲੋਕਾਂ ਲਈ ਕਰਦਾ ਵੀ ਲੋਕਾਂ ਲਈ ਤੁਸੀਂ ਜ਼ਿੰਦਗੀ 'ਚ ਕੀ ਕੀਤਾ? ਕਈ ਮੈਨੂੰ ਕਹਿਣਗੇ ਜੀ, ਮੈਂ ਦੇਖੋ ਲੋਕ ਉਸੇ ਬੰਦੇ ਦੀ ਕਦਰ ਪਾਉਂਦੇ ਜਿਹੜੇ ਲੋਕਾਂ ਲਈ ਕਰਦਾ ਕੁਛ। ਤੁਸੀਂ ਸਮਾਜ ਦੇ ਭਲੇ ਲਈ ਕੁਛ ਕਰੋ, ਫਿਰ ਸਮਾਜ ਤੁਹਾਡੀ ਕਦਰ ਵੀ ਕਰੇਗਾ। ਮੈਂ ਆਪਣੇ ਪਰਿਵਾਰ ਲਈ ਕਰ ਰਿਹਾ, ਸਮਾਜ ਨੇ ਕਿ ਦਾਣੇ ਲੈਣੇ ਮੇਰੇ ਤੇ ਕਰੀ ਜਾ ਆਪਣੇ ਲਈ। ਹਾਂ, ਜਦੋਂ ਮੇਰੇ 'ਤੇ ਕੋਈ ਮੁਸੀਬਤ ਆਏ, ਕੋਈ ਹੋਰ ਆਏ, ਕਿ ਜਦੋਂ ਮੈਂ ਸਮਾਜ ਲਈ ਕੰਮ ਕਰਾਂਗਾ, ਸਮਾਜ ਵੀ ਮੇਰੀ ਸਹਾਇਤਾ 'ਤੇ ਆ ਜਾਏਗਾ ਭਾਈ। ਹਾਂ, ਸਾਰੀ ਉਮਰ ਇਹਨਾਂ ਨੇ ਸਾਡੇ ਲਈ ਲਾਤੀ ਹੈ, ਇਹ ਹੈ। ਇਸ ਲਈ ਜਿਹੜਾ ਅਸੀਂ ਪਰਮਾਤਮਾ ਦੇ ਨਿਮਿਤ ਪਾਠ ਕਰਾਂਗੇ ਜਾਂ ਸਿਮਰਨ ਕਰਾਂਗੇ, ਉਹ ਸਾਡਾ ਨਾਮ ਧਨ ਹੁੰਦਾ, ਉਹ ਫਿਰ ਸਾਡਾ ਲੋਕ ਪਰਲੋਕ ਸਹਾਇਤਾ ਕਰਦਾ ਅਤੇ ਉਹੀ ਸਾਨੂੰ ਮੁਕਤ ਕਰਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।